ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸ਼ੋਭ ਸੁਮਤਿ ਪਰਕਾਸਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਾ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਹਾਰ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਦਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਕਉ ਕਵ ਉਪਮਾ ਸੁਦੇਤ ਪਰ ਜਾਤ ਪਗ। ਕਉ ਕਹੇ ਗੁਰੂ ਪਗ ਕਮਲ ਅਮਲ ਹੈ। ਜੋ ਪਰ ਜਾਤ ਨਾ ਚਿਤਨ ਗਤ ਦਨ ਨਾਹੀ। ਅਮਲ ਕਮਲ ਰਹਿਣ ਵਿਖੇ ਮੁਖ ਮਿਲ ਹੈ। ਵੈ ਤੋ ਸਹਿ ਚੇਤ ਦਿਤ ਕਾਮਨਾ ਭਗਤ ਨਿਜ। ਬਸ ਰਉ ਰਜਨੀ ਮਿਕ ਏਕ ਸੇ ਸਤੁਲ ਹੈ। ਲਖੇ ਪਦ ਆਦਰ ਨ ਪਰ ਜਾਤ ਕਮਲ ਕੋ। ਤਾਤੇ ਪਗ ਪਗ ਪਰ ਜਾਤ ਨ ਕਮਲ ਹੈ। ਕਉ ਕਬ ਉਪਮਾ ਸੁਦੇਤ ਪਰ ਜਾਤ ਪਗ। ਕਉ ਕਹੇ ਗੁਰੂ ਪਗ ਕਮਲ ਅਮਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਜੋਤ ਰੂਪ। ਚਬਰ ਛਤਰ ਤਖਤ ਦੇ ਮਾਲਕ, ਪ੍ਰਤੱਖ ਸਤਿਗੁਰੂ। ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਿਲ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਸਾਰੇ ਵਡਭਾਗੀ ਹੋ, ਜਿਨ੍ਹਾਂ ਨੇ ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਬੈਠ ਕਰਕੇ ਜੋ ਸੰਧਿਆ ਸਮੇਂ ਦਾ ਨਿਤਨੇਮ ਹੈ, ਸੋ ਦਰ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ
ਆਪ ਜੀ ਨੇ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੋ ਕੱਲ ਵਿਸ਼ੇਸ਼ ਕਰਕੇ ਜਿੱਥੇ ਪੰਥ ਨੇ ਮਨਾਇਆ ਹੈ ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਜਨਮ ਦਿਹਾੜਾ ਹੈ ਉਹ ਕੱਲ ਮਨਾਉਣਾ ਕੀਤਾ। ਸੋ ਉਹ ਐਸੇ ਬ੍ਰਹਮ ਗਿਆਨੀ ਮਹਾਂਪੁਰਖ ਸੀ ਜਿਨ੍ਹਾਂ ਨੇ ਬਹੁਤੀ ਸੇਵਾ ਪੰਥ ਲਈ ਕੀਤੀ ਹੈ। ਛੋਟੀ ਉਮਰ ਤੋਂ ਬਾਲਕ ਉਮਰ ਤੋਂ ਉਹਨਾਂ ਨੇ ਭਾਈ ਭਗਤਾ ਜੀ ਅਤੇ ਬੀਬੀ ਜਿਉਨੀ ਜੀ ਦੇ ਘਰ ਵਿਖੇ ਉਹਨਾਂ ਨੇ ਜਨਮ ਲਿਆ ਸੀ, ਜੋ ਪਹਿਲਾਂ ਤੋਂ ਹੀ ਗੁਰਸਿੱਖ ਪਰਿਵਾਰ ਸੀ। ਬਾਲਕ ਉਮਰ ਤੋਂ ਛੋਟੀ ਉਮਰ ਤੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਬਾਲਕ ਉਮਰ ਵਿੱਚ ਹੀ ਉਹਨਾਂ ਦੇ ਹਿਰਦੇ ਵਿੱਚ ਜੋ ਸਿੱਖੀ ਸਿਦਕ ਸੀ, ਜੋ ਸਿੱਖੀ ਦਾ ਪ੍ਰੇਮ ਹੈ, ਉਹ ਉਹਨਾਂ ਦੇ ਬਾਲਕ ਉਮਰ ਤੋਂ ਵੀ ਹਿਰਦੇ ਵਿੱਚ ਪਾ ਦਿੱਤਾ ਸੀ। ਸੋ ਥੋੜਾ ਸਮਾਂ ਬਾਅਦ ਜਦੋਂ ਥੋੜੇ ਵੱਡੇ ਹੋਏ, ਉਹਨਾਂ ਦੀ ਇੱਛਾ ਸੀ ਜੋ ਖੰਡੇ ਬਾਟੇ ਦਾ ਅੰਮ੍ਰਿਤ ਹੈ ਉਹ ਛਕਣਾ ਹੈ, ਤੇ ਫਿਰ ਪਰਿਵਾਰ ਨੇ ਜਾ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹਜ਼ੂਰੀ ਵਿਖੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਸੀ, ਉਹ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਸਾਰੇ ਪਰਿਵਾਰ ਨੇ ਛਕਿਆ ਸੀ। ਤੇ ਫਿਰ ਕੁਝ ਸਮਾਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੋ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਵਿਖੇ ਜਦੋਂ 48 ਸਿੰਘਾਂ ਨੂੰ ਗੁਰਬਾਣੀ ਦੀ ਸ਼ੁੱਧ ਅਰਥ, ਗੁਰਬਾਣੀ ਦੀ ਸ਼ੁੱਧ ਉਚਾਰਨ ਜੋ ਪੜਾਉਣਾ ਕੀਤੀ, ਭਾਈ ਮਨੀ ਸਿੰਘ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ, ਬਾਬਾ ਦੀਪ ਸਿੰਘ ਸਾਹਿਬ ਜੀ ਵੀ ਉੱਥੇ ਸ਼ਾਮਲ ਸੀ। ਭਾਈ ਮਨੀ ਸਿੰਘ ਸਾਹਿਬ ਜੀ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਰੂਪ ਦੀ ਲਿਖਣਾ ਕੀਤੀ, ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜੋ ਕਾਗਜ਼ ਅਤੇ ਕਲਮਾਂ ਦੀ ਸੇਵਾ ਸੀ ਉਹ ਨਿਭਾਉਣਾ ਕੀਤੀ। ਸੋ ਸਤਿਗੁਰਾਂ ਦੀ ਬਹੁਤੀ ਕਿਰਪਾ ਸੀ। ਜਦੋਂ ਸੰਪੂਰਨ ਹੋਈ ਅਰਥ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨਤਾ ਹੋਈ, ਉਦੋਂ ਫਿਰ ਜਿਹੜੇ 48 ਸਿੰਘ ਸੀ ਉਹ ਵਿਦੇ ਮੁਕਤ ਹੋ ਗਏ ਸੀ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਜੋ ਵਰ ਦਿੱਤਾ ਵੀ ਭਾਈ ਮਨੀ ਸਿੰਘ, ਭਾਈ ਦੀਪ ਸਿੰਘ, ਤੁਹਾਡਾ ਬੰਦ ਕੱਟਿਆ ਜਾਵੇ, ਸੀਸ ਸਰੀਰ ਤੋਂ ਵੱਖਰਾ ਹੋ ਜਾਵੇ, ਪਰ ਜਿਹੜਾ ਇਹ ਆਨੰਦ ਹੈ, ਜਿਹੜੀ ਸਿੱਖੀ ਆ ਸਿਦਕ ਪ੍ਰੇਮ ਹੈ, ਉਹ ਤੋਂ ਨਹੀਂ ਵੱਖਰਾ ਹੋਊਗਾ। ਸੋ ਇਹ ਬਚਨ ਪ੍ਰਾਪਤ ਕਰਦੇ ਹੋਇਆ ਬਾਬਾ ਦੀਪ ਸਿੰਘ ਸਾਹਿਬ ਜੀ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਜੋ ਹਜ਼ੂਰ ਸਾਹਿਬ ਦੀ ਧਰਤੀ ਵਿਖੇ ਉੱਥੇ ਫਿਰ ਜਾਣਾ ਕੀਤਾ, ਤੇ ਫਿਰ ਉੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਭੇਜਣਾ ਕੀਤਾ ਵੀ ਤੂੰ ਜਾ ਕਰਕੇ ਉੱਥੇ ਜੋ ਗੁਰਬਾਣੀ ਦਾ ਪ੍ਰਚਾਰ ਹੈ, ਜੋ ਪ੍ਰਸਾਰ ਹੈ, ਗੁਰਬਾਣੀ ਦਾ ਸ਼ੁੱਧ ਉਚਾਰਨ, ਜੋ ਗੁਰਮਤਿ ਵਿਦਿਆ ਹੈ, ਗੁਰੂ ਦੀ ਮਰਿਆਦਾ ਜੋ ਹੈ, ਉੱਥੇ ਜਾ ਕੇ ਤੂੰ ਪੜਾਉਣਾ ਕਰ। ਤੇ ਉੱਥੇ ਫਿਰ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਜੋ ਚੱਲੀ ਹੋਈ ਦਮਦਮੀ ਟਕਸਾਲ ਹੈ, ਉਹ ਉਦੋਂ ਫਿਰ ਪਹਿਲਾਂ ਮੁਖੀ ਬਣੇ ਸਨ ਬਾਬਾ ਦੀਪ ਸਿੰਘ ਸਾਹਿਬ ਜੀ। ਤੇ ਫਿਰ ਬਾਅਦ ਵਿੱਚ ਜਦੋਂ ਪੰਥ ਦੀ ਸੇਵਾ ਦੀ ਲੋੜ ਪਈ ਸੀ, ਜਦੋਂ ਜੋ ਅਬਦਾਲੀ ਦੀ ਫੌਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੱਲਾ ਬੋਲ ਦਿੱਤਾ, ਚੜ ਕੇ ਆਈ ਸੀ, ਉਦੋਂ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਜੋ 500 ਸਿੰਘ ਲੈ ਕਰਕੇ ਜਦੋਂ ਹਰੀਪਤਨ ਤਰਨਤਾਰਨ ਸਾਹਿਬ ਵਿਖੇ ਪਹੁੰਚੇ, ਉਦੋਂ ਫਿਰ 5000 ਸਿੰਘ ਹੋ ਗਏ ਸੀ। ਉੱਥੇ ਫਿਰ ਜਦੋਂ ਸਤਿਗੁਰਾਂ ਦੇ ਹੁਕਮ ਅਨੁਸਾਰ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਦੋਂ ਸਰੀਰ ਤੋਂ ਸੀਸ ਵੱਖਰਾ ਹੋ ਗਿਆ ਸੀ, ਉਦੋਂ ਦੇ ਉਸ ਸਮੇਂ ਦੇ ਜੋ ਮੀਤ ਜਥੇਦਾਰ ਸੀ ਉਹ ਭਾਈ ਨੱਥਾ ਸਿੰਘ ਜੀ ਸੀ। ਉਹਨਾਂ ਨੇ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਤੁਸੀਂ ਦਮਦਮਾ ਸਾਹਿਬ ਤੋਂ ਤੁਸੀਂ ਪ੍ਰਣ ਕੀਤਾ ਹੈ ਕਿ ਜੋ ਸਾਡਾ ਸੀਸ ਹੈ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਜ਼ਾਦ ਕਰਵਾ ਕੇ ਫਿਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਭੇਟ ਕਰਨਾ ਹੈ। ਸੋ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਸ ਤਰ੍ਹਾਂ ਸੁਣਨਾ ਕੀਤਾ, ਖੱਬੇ ਹੱਥ ਵਿੱਚ ਜੋ ਆਪਦਾ ਸੀਸ ਹੈ ਧਲੀ ਤੇ ਰੱਖ ਦਿੱਤਾ ਅਤੇ ਸੱਜੇ ਹੱਥ ਵਿੱਚ ਖੰਡਾ ਫੜ ਲਿਆ, ਤੇ ਜੂਝਦੇ ਹੋਏ, ਵੈਰੀ ਨੂੰ ਪਾੜ ਸਿੱਟਦੇ ਹੋਏ, ਜੰਗ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਅਬਦਾਲੀ ਦੇ ਜ਼ਾਲਮ ਫੌਜ ਤੋਂ। ਅਤੇ ਫਿਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਜੋ ਆਪਦਾ ਸੀਸ ਸੀ ਉਹ ਭੇਟ ਕੀਤਾ। ਸੋ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਹੁਤ ਸੇਵਾ ਕੀਤੀ ਹੈ ਪੰਥ ਦੀ, ਜਿੱਥੇ ਉਹਨਾਂ ਦਾ ਰੋਜ਼ਾਨਾ ਨਿਤਨੇਮ ਸੀ 100 ਜਪਜੀ ਸਾਹਿਬ ਦੇ ਪਾਠ, 5 ਗ੍ਰੰਥੀ ਦਾ ਨਿਤਨੇਮ, 10 ਗ੍ਰੰਥੀ ਦਾ ਨਿਤਨੇਮ। ਉਹਨਾਂ ਨੇ ਉਹ ਪੂਰੇ ਸੰਤ ਸਿਪਾਹੀ ਦੇ ਸਰੂਪ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ, ਬਾਬਾ ਦੀਪ ਸਿੰਘ ਸਾਹਿਬ ਜੀ। ਬਹੁਤੀ ਕਿਰਪਾ ਸੀ ਉਹਨਾਂ ਤੇ, ਉਹਨਾਂ ਨੇ ਆਪ ਪ੍ਰਤੱਖ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਧਰੀ ਗਲੀ ਮੇਰੀ ਆਓ, ਇਤਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ, ਪ੍ਰਤੱਖ ਵਿਖਾ ਕੇ ਉਹ ਬਚਨ ਕਮਾਉਣਾ ਕੀਤੇ ਸੀ। ਸਾਧ ਸੰਗਤ ਜੀ, ਜੋ ਗੁਰੂ ਤਾਰਨ ਤੋਂ ਬਿਨਾ ਪ੍ਰੇਮ ਨਹੀਂ ਹੁੰਦਾ ਹੈ, ਤੇ ਪ੍ਰੇਮ ਤੋਂ ਬਿਨਾ ਗੁਰੂ ਦੀ ਕਿਰਪਾ ਨਹੀਂ ਹੁੰਦੀ। ਸੋ ਗੁਰੂ ਤਾਰਨ ਕਰਕੇ ਤਾਂ ਹੀ ਗੁਰੂ ਦੀ ਕਿਰਪਾ ਹੁੰਦੀ ਹੈ। ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਤਾਰਨ ਕੀਤਾ ਹੋਇਆ ਸੀ, ਤਾਂ ਹੀ ਕਰਕੇ ਇੰਨੀ ਕਿਰਪਾ ਬਖਸ਼ਿਸ਼ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ। ਸੋ ਐਸੇ ਬ੍ਰਹਮ ਗਿਆਨੀ ਮਹਾਂਪੁਰਖ ਜੋ ਸੂਰਬੀਰ ਯੋਧੇ, ਉਹਨਾਂ ਦੇ ਜਨਮ ਦਿਹਾੜੇ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ।
ਸਤਿਗੁਰ ਕਿਰਪਾ ਕਰਨ। ਇਸੇ ਹੀ ਤਰ੍ਹਾਂ ਐਸੇ ਸੂਰਬੀਰ ਯੋਧੇ ਬ੍ਰਹਮ ਗਿਆਨੀ ਮਹਾਂਪੁਰਖ ਸੰਸਾਰ ਵਿੱਚ ਭੇਜਦੇ ਰਹਿਣ ਖਾਲਸੇ ਪੰਥ ਦੇ ਭਲੇ ਵਾਸਤੇ, ਜੋ ਸੇਵਾ ਵਾਸਤੇ। ਸੋ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਵੇ। ਸੋ ਰਹੋ ਵਿਚਾਰ। ਪਿਛਲੇ ਹਫਤੇ ਅਸੀਂ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ ਦੂਸਰਾ ਪ੍ਰਸੰਗ ਸਰਵਣ ਕੀਤਾ ਸੀ, ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁੰਦਰ ਇਤਿਹਾਸ ਹੈ। ਪਿਛਲੇ ਸਮੇਂ ਇਸ ਤਰ੍ਹਾਂ ਸਰਵਣ ਕੀਤਾ ਸੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਚੌਂਕੜੇ ਵਿੱਚ ਸਜੇ ਹੋਏ ਹਨ ਅਤੇ ਆਪਦੇ ਹਿਰਦੇ ਵਿੱਚ ਉਸ ਵੇਲੇ ਇਸ ਤਰ੍ਹਾਂ ਵਿਚਾਰ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋਈ ਕਿ ਜਿਹੜਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਸੁੰਦਰ ਇਤਿਹਾਸ ਹੈ ਉਹ ਪ੍ਰਗਟ ਕਰੀਏ ਆਉਣ ਵਾਲੇ ਸਿੱਖਾਂ ਗੁਰਸਿੱਖਾਂ ਦੇ ਭਲੇ ਵਾਸਤੇ। ਸੋ ਉਧਰੋਂ ਭਾਈ ਬਾਲਾ ਜੋ ਰਾਏਪੁਰ ਦੀ ਤਲਵੰਡੀ ਤੋਂ ਆਪਦੇ ਸੱਜਣਾਂ ਨਾਲ ਬੈਠਾ ਵਿਚਾਰ ਕਰਦਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਸੱਚਖੰਡ ਨੂੰ ਚਲਾਣਾ ਕਰ ਗਏ ਤੇ ਆਪਦੇ ਥਾਂ ਤੇ ਕਿਹਨਾਂ ਨੂੰ ਬਿਠਾ ਗਏ। ਉਹ ਇੱਛਾ ਨੂੰ ਲੈ ਕਰਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਉਹਨੇ ਆਉਣਾ ਕੀਤਾ ਅਤੇ ਦਰਸ਼ਨ ਕੀਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਭਾਈ ਬਾਲੇ ਨੂੰ ਹੁਕਮ ਕੀਤਾ ਕਿ ਭਾਈ ਬਾਲਿਆ, ਤੂੰ ਜਿਹੜਾ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਹੈ ਉਹ ਪ੍ਰਕਾਸ਼ ਤੋਂ ਲੈ ਕਰਕੇ ਤੂੰ ਸੁਣਾਉਣਾ ਕਰ। ਤੇ ਭਾਈ ਬਾਲਾ ਜੀ ਕਹਿਣ ਲੱਗਿਆ ਵੀ ਮਹਾਰਾਜ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਮੇਰੀ ਜਿਹੜੀ ਉਮਰ ਹੈ 3 ਸਾਲਾਂ ਦਾ ਫਰਕ ਹੈ ਤੇ ਜਿਹੜਾ ਉਹ ਪ੍ਰਕਾਸ਼ ਦੀ ਕਥਾ ਹੈ ਉਹ ਮੈਂ ਅਣਜਾਣਾ ਉਹਦੇ ਤੇ। ਫਿਰ ਇਸ ਤਰ੍ਹਾਂ ਭਜਨ ਕਰਦੇ ਕਰਦੇ ਇਸ ਤਰ੍ਹਾਂ ਹੁਕਮ ਕੀਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ। ਭਾਈ ਬਾਲੇ ਨੇ ਦੱਸਣਾ ਕੀਤਾ ਕਿ ਇੱਕ ਬ੍ਰਾਹਮਣ ਨੇ ਜੋ ਜਨਮ ਪੱਤਰੀ ਹੈ ਵੱਡੇ ਸਤਿਗੁਰਾਂ ਦੀ ਉਹ ਲਿਖਣਾ ਕੀਤੀ ਤੇ ਉਹ ਰਾਏਪੁਰ ਦੀ ਤਲਵੰਡੀ ਵਿਖੇ ਉੱਥੇ ਪਈ ਹੋਗੀ। ਤੇ ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਬਾਲੇ ਨੂੰ ਵੀ ਤੂੰ ਜਾ ਰਾਏਪੁਰ ਦੀ ਤਲਵੰਡੀ ਵਿਖੇ ਜਾ ਕਰਕੇ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਚਾਚਾ ਜੀ ਹਨ ਉਹਨਾਂ ਨੂੰ ਜਾ ਕੇ ਮਿਲਣਾ ਕਰ ਤੇ ਉਹ ਜਿਹੜੀ ਜਨਮ ਪੱਤਰੀ ਹੈ ਉਹ ਲਵਾਉਣਾ ਕਰ ਤੂੰ ਜਾ ਕਰਕੇ। ਭਾਈ ਬਾਲਾ ਜੀ ਨੇ ਬੇਨਤੀ ਕੀਤੀ ਵੀ ਮਹਾਰਾਜ ਜੀ ਕੋਈ ਸਿੱਖ ਨਾਲ ਭੇਜੋ। ਫਿਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜੋ ਲਾਲਾ ਪੰਨੂ ਸਿੱਖ ਉਹ ਸੱਦ ਕਰਕੇ ਉਹਨੂੰ ਭੇਜਣਾ ਕੀਤਾ ਭਾਈ ਬਾਲਾ ਜੀ ਦੇ ਨਾਲ। ਫਿਰ ਜਾਂਦੇ ਜਾਂਦੇ ਭਾਈ ਲਾਲੂ ਜੀ ਨੂੰ ਮਿਲਣਾ ਕੀਤਾ। ਉਹ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਪਿਤਾ ਜੀ ਦੇ ਘਰ ਜਾ ਕਰਕੇ ਉੱਥੇ ਫਿਰ ਉਹ ਜਿਹੜੀ ਜਨਮ ਪੱਤਰੀ ਹੈ ਉਹ ਲੱਭਣਾ ਕੀਤੀ। ਕਹਿੰਦੇ 5 ਦਿਨ ਲੱਗੇ ਸੀ। 5ਵੇਂ ਦਿਨ ਤੇ ਉਹ ਜਨਮ ਪੱਤਰੀ ਪ੍ਰਾਪਤ ਹੋਈ। ਫਿਰ ਉਹ ਭਾਈ ਲਾਲਾ ਪੰਨੂ ਸਿੱਖ ਨੇ ਅਤੇ ਭਾਈ ਬਾਲਾ ਜੀ ਦੋਵੇਂ ਆ ਕਰਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਹਜ਼ੂਰੀ ਵਿੱਚ ਉਹ ਫਿਰ ਜਨਮ ਪੱਤਰੀ ਸਤਿਗੁਰਾਂ ਨੂੰ ਫੜਾ ਦਿੱਤੀ। ਸਤਿਗੁਰੂ ਜੀ ਬਹੁਤੇ ਖੁਸ਼ ਹੋਏ। ਪਰ ਜਦੋਂ ਖੋਲ ਕੇ ਦੇਖਣਾ ਕੀਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਹ ਸੰਸਕ੍ਰਿਤ ਸਹਿਸਕ੍ਰਿਤ ਦੇ ਅੱਖਰਾਂ ਵਿੱਚ ਲਿਖੀ ਹੋਈ ਸੀ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤਾਂ ਚਾਹੁੰਦੇ ਸੀ ਵੀ ਗੁਰਮੁਖੀ ਦੇ ਅੱਖਰਾਂ ਦੇ ਵਿੱਚ ਲਿਖਣਾ ਕਰੀਏ ਇਹ। ਸੋ ਉਸ ਸਮੇਂ ਦੇ ਸੰਗਤ ਵਿੱਚ ਬੈਠਾ ਹੋਇਆ ਸਿੱਖ ਜੋ ਮਹਿਮਾ ਖੈਰਾ ਸਿੱਖ ਸੀ ਉਹਨੇ ਫਿਰ ਸਤਿਗੁਰਾਂ ਦੇ ਪਾਸ ਬਚਨ ਕੀਤਾ ਵੀ ਸਤਿਗੁਰੂ ਜੀ, ਸੁਲਤਾਨਪੁਰ ਲੋਧੀ ਵਿਖੇ ਇੱਕ ਪੈੜਾ ਮੋਖਾ ਸਿੱਖ ਹੈ ਜੋ ਦੋਵੇਂ ਅੱਖਰਾਂ ਨੂੰ ਜਾਣਦਾ, ਸੰਸਕ੍ਰਿਤ ਅੱਖਰਾਂ ਨੂੰ ਵੀ ਗੁਰਮੁਖੀ ਅੱਖਰਾਂ ਨੂੰ ਵੀ। ਉਹਨੂੰ ਸਤਨਾ ਕਰਕੇ ਉਹ ਫਿਰ ਟਰਾਂਸਲੇਟ ਕਰਾ ਦੂਗਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਮਹਿਮਾ ਖੈਰਿਆ ਤੂੰ ਜਾ ਕਰਕੇ ਉਹਨੂੰ ਲਿਆ ਇੱਥੇ ਤਾਂ ਕਿ ਜਿਹੜੀ ਸੇਵਾ ਹੈ ਕਰ ਸਕੀਏ। ਫਿਰ ਉਹ ਪੈੜਾ ਮੋਖਾ ਸਿੱਖ ਆ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਭਾਈ ਪੈੜਾ ਮੋਖਾ ਸਿੱਖ ਨੇ ਫਿਰ ਟਰਾਂਸਲੇਟ ਕਰਨ ਦੀ ਸੇਵਾ ਉਹ ਕੀਤੀ ਹੈ। ਸੋ ਹੁਣ ਭਾਈ ਬਾਲਾ ਜੀ ਅਤੇ ਜਿਹੜਾ ਪੈੜਾ ਮੋਖਾ ਸਿੱਖ ਸੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਸਨਮੁਖ ਬੈਠ ਕਰਕੇ ਭਾਈ ਬਾਲਾ ਜੀ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁੰਦਰ ਇਤਿਹਾਸ ਹੈ ਉਹ ਸੁਣਾਉਣ ਲੱਗੇ ਹਨ ਅਤੇ ਜਿਹੜਾ ਪੈੜਾ ਮੋਖਾ ਸਿੱਖ ਹੈ ਉਹ ਜਨਮ ਪੱਤਰੀ ਟਰਾਂਸਲੇਟ ਕਰ ਰਿਹਾ ਹੈ ਅਤੇ ਉਹ ਸੰਗਤ ਵਿੱਚ ਪ੍ਰੇਮੀ ਸੇਵਕ ਆ ਕਰਕੇ ਰੋਜ਼ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁੰਦਰ ਇਤਿਹਾਸ ਹੈ ਉਹ ਆਣ ਕਰਕੇ ਉਹ ਸਰਵਣ ਕਰਦੇ ਸੀ। ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਜੋ ਬ੍ਰਹਮ ਗਿਆਨੀ ਮਹਾਂਪੁਰਖ ਉਹ ਵੀ ਆਣ ਕਰਕੇ ਉਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੁੰਦਰ ਕਥਾ ਸਰਵਣ ਕਰ ਰਹੇ ਸੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਬਾਅਦ ਵਿੱਚ ਗੁਰਤਾ ਗੱਦੀ ਦੀ ਤਖਤ ਪ੍ਰਾਪਤ ਕਰਦੇ ਹਨ ਉਹ ਵੀ ਬੈਠ ਕਰਕੇ ਸਰੋਤੇ ਬਣ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਾ ਸਰਵਣ ਕਰ ਰਹੇ ਸੀ ਅਤੇ ਹੋਰ ਅਨੇਕ ਪ੍ਰੇਮੀ ਸੇਵਕ ਭਾਈ ਜੀਵਾ ਸਿੰਘ ਜੀ, ਭਾਈ ਜੀਵਾ ਜੀ ਵਰਗੇ ਬੈਠ ਕਰਕੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁੰਦਰ ਇਤਿਹਾਸ ਸਰਵਣ ਕੀਤਾ ਹੈ। ਸੋ ਹੁਣ ਅੱਜ ਸਤਿਗੁਰਾਂ ਦੀ ਕਿਰਪਾ ਨਾਲ ਤੀਸਰਾ ਪ੍ਰਸੰਗ ਸ਼ੁਰੂ ਕਰਨਾ ਹੈ, ਆਰੰਭ ਕਰਨਾ ਹੈ। ਸੋ ਸਤਿਗੁਰ ਕਿਰਪਾ ਕਰਨ, ਨਿਰਵਿਘਨਤਾ ਸਹਿਤ ਸਹੀ ਢੰਗ ਨਾਲ ਮਹਾਰਾਜ ਆਪ ਕਿਰਪਾ ਕਰਕੇ ਸਤਿਗੁਰਾਂ ਦਾ ਜਸ ਕਰਵਾ ਲੈਣ। ਸੋ ਸਾਰੀ ਹੁਣ ਸੰਗਤ ਮਨ ਚਿਤ ਬਿਰਤੀਆਂ ਇਕਾਗਰ ਕਰੋ, ਪ੍ਰੇਮ ਸ਼ਰਧਾ ਨਾਲ ਜੋ ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਥਾ ਹੈ ਉਹ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਕਉ ਕਵ ਉਪਮਾ ਸੁਦੇਤ ਪਰ ਜਾਤ ਪਗ। ਸੋ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਸਨਮੁਖ ਬੈਠ ਕਰਕੇ ਭਾਈ ਬਾਲਾ ਜੀ ਤੇ ਪੈੜਾ ਮੁਖਾ ਸਿੱਖ ਹੁਣ ਸ੍ਰੀ ਭਾਈ ਬਾਲਾ ਜੀ ਹੁਣ ਕਥਾ ਸੁਣਾਉਣ ਲੱਗਿਆ ਹੈ। ਤੇ ਸ਼ੁਰੂ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੀ ਮੰਗਲ ਕਰਦੇ ਹਨ, ਮਹਿਮਾ ਕਰਦੇ ਹਨ।
ਸੋ ਸ਼ੁਰੂ ਵਿੱਚ ਲਿਖਦੇ ਹਨ, ਕਉ ਕਵ ਉਪਮਾ ਸੋ ਦੇਤ ਪਾਰ ਜਾਤ ਪਗ। ਕਵੀ ਜੀ ਲਿਖਦੇ ਹਨ ਕਿ ਜਿਹੜੇ ਕਈ ਸਿਆਣੇ ਕਵੀ ਹਨ ਉਹ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੀ ਇਸ ਪ੍ਰਕਾਰ ਉਪਮਾ ਕਰਦੇ ਹਨ, ਤੁਲਨਾ ਕਰਦੇ ਹਨ ਕਿ ਜੋ ਪਾਰ ਜਾਤ ਵਾਂਗ ਹਨ। ਪਾਰ ਜਾਤ ਉਹ ਹੈ, ਕਲਬ ਬਿਰਚ ਵੀ ਕਿਹਾ ਕਰਦੇ ਹਨ, ਉਹ ਪਾਰ ਜਾਤ ਉਹ ਹੈ, ਮੰਨਿਆ ਜਾਂਦਾ ਕਿ ਸਵਰਗਾਂ ਵਿੱਚ ਦੇਵਲੋਕ ਵਿੱਚ ਇੱਕ ਦਰਖਤ ਹੈ ਤੇ ਜੋ ਕੋਈ ਜਾ ਕਰਕੇ ਉਹਦੇ ਥੱਲੇ ਬੈਠ ਕਰਕੇ ਕੋਈ ਕਲਪਨਾ ਕਰੂ, ਮੰਗਣਾ ਕਰੂ, ਫੁਰਨਾ ਕਰੂ, ਉਹਦੇ ਥੱਲੇ ਬੈਠ ਕਰਕੇ ਉਹ ਪੂਰਾ ਹੋ ਜਾਂਦਾ ਹੈ। ਸੋ ਤਾਂ ਹੀ ਕਰਕੇ ਜਿਹੜੇ ਕਈ ਸਿਆਣੇ ਕਵੀ ਹਨ, ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਉਹ ਇਸ ਪ੍ਰਕਾਰ ਉਪਮਾ ਤੁਲਨਾ ਕਰਦੇ ਹਨ ਕਿ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਕਮਲ ਹਨ, ਜੇ ਉਹਨਾਂ ਤੇ ਧਿਆਨ ਧਰ ਕੇ ਜੋ ਕੋਈ ਫੁਰਨਾ ਕਰੂਗਾ ਉਹ ਵੀ ਪੂਰਾ ਹੋ ਜਾਂਦਾ ਹੈ। ਤਾਂ ਹੀ ਕਰਕੇ ਪਾਰਜਾਤ ਵਾਂਗ ਹਨ। ਕਉ ਕਹੇ ਗੁਰੂ ਪਗ ਕਮਲ ਅਮਲ ਹੈ। ਤੇ ਜਿਹੜੇ ਕਈ ਸਿਆਣੇ ਕਵੀ ਹਨ, ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਉਹ ਜਿਹੜਾ ਅਮਲ ਕਮਲ ਫੁੱਲ ਜਿਹੜਾ ਹੈ, ਮੈਲ ਤੋਂ ਰਹਿਤ ਜੋ ਕਮਲ ਫੁੱਲ ਹੈ, ਕਈ ਇਸ ਪ੍ਰਕਾਰ ਉਪਮਾ ਕਰਦੇ ਹਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਫੁੱਲ ਵਾਂਗ ਹਨ। ਜੋ ਪਾਰ ਜਾਤ ਨਾ ਚਿਤਨ ਗਤ ਦਨ ਨਾਹੀ। ਪਰ ਅਸਲ ਵਿੱਚ ਕਵੀ ਜੀ ਲਿਖਦੇ ਹਨ ਜਿਹੜਾ ਪਾਰ ਜਾਤ ਹੈ ਉਹ ਤਾਂ ਜੜ ਹੀ ਹੈ ਇੱਕ, ਤੇ ਜਿਹੜੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜੇ ਚਰਨ ਕਮਲ ਹਨ ਉਹ ਚੇਤਨ ਸਰੂਪ ਹਨ, ਚੇਤਨਤਾ ਦੇ ਸਰੂਪ ਹਨ ਅਤੇ ਗਤ ਦਾਨ ਨਾਹੀ, ਮੁਕਤੀ ਵੀ ਦੇਣ ਵਾਲੇ ਹਨ। ਜਿਹੜਾ ਪਾਰ ਜਾਤ ਹੈ ਉਹ ਤਾਂ ਸਿਰਫ ਦਰਖਤੀ ਜੜ ਹੀ ਹੈ, ਉਹ ਨਾ ਕੋਈ ਚੇਤਨਤਾ ਦਾ ਸਰੂਪ ਹੈ, ਨਾ ਮੁਕਤੀ ਦੇ ਸਕਦਾ। ਉਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਵਿਸ਼ੇਸ਼ ਹਨ, ਵੱਡੇ ਹਨ, ਕਿਉਂ ਕਰਕੇ ਉਹ ਚੇਤਨਤਾ ਦੇ ਸਰੂਪ ਹਨ ਅਤੇ ਮੁਕਤੀ ਵੀ ਦੇਣ ਵਾਲੇ ਹਨ। ਅਮਲ ਕਮਲ ਰਹਿਣ ਵੇਖੇ ਮੁਖ ਮਿਲ ਹੈ। ਤੇ ਬਾਕੀ ਜਿਹੜਾ ਕਮਲ ਫੁੱਲ ਹੈ ਉਹ ਉਹਦਾ ਮੁੱਖ ਹੈ, ਉਹਦੇ ਪੱਤੇ ਜਦੋਂ ਰਾਤ ਆ ਜਾਂਦੀ ਹੈ ਉਹਦਾ ਮੁੱਖ ਉਹ ਬੰਦ ਹੋ ਜਾਂਦਾ, ਪੱਤੇ ਇਕੱਠੇ ਹੋ ਕੇ ਫਿਰ ਮੁੱਖ ਉਹਦਾ ਬੰਦ ਹੋ ਜਾਂਦਾ। ਪਰ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਕਮਲ ਹਨ ਉਹ ਇੱਕ ਹੀ ਰੂਪ ਦਿਨ ਰਾਤ ਰਹਿੰਦੇ ਹਨ। ਵੈ ਤੋ ਸਹਿ ਚੇਤ ਦੇਤ ਕਾਮਨਾ ਭਗਤ ਨਿਜ। ਸੋ ਕਵੀ ਜੀ ਲਿਖਦੇ ਹਨ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਹਨ ਉਹ ਸਹਿਜ ਚੇਤਨਤਾ ਦੇ ਸਰੂਪ ਹਨ, ਚੇਤਨਤਾ ਦੇ ਸਹਿਤ ਹਨ ਅਤੇ ਜੋ ਭਗਤਾਂ ਦੇ ਆਪਦੇ ਭਗਤਾਂ ਸਿੱਖਾਂ ਦੇ ਮਨੋਕਾਮਨਾ ਉਹ ਪੂਰੇ ਕਰ ਸਕਦੇ ਨੇ। ਉਹੀ ਜਦੋਂ ਕੋਈ ਭਗਤ ਦਾਸ ਸਿੱਖ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਤੇ ਧਿਆਨ ਧਰ ਕੇ ਜੋ ਮਨੋਕਾਮਨਾ ਲੈ ਕਰਕੇ ਧਿਆਨ ਧਰੂਗਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਤੇ, ਉਹ ਚੇਤਨਤਾ ਦੇ ਸਰੂਪ ਜੋ ਮਨ ਬੁੱਧ ਨੂੰ ਸੰਯੁਕਤ ਕਰਕੇ ਉਹ ਜਿਹੜੀ ਤਾਕਤ ਹੈ ਉਹਨਾਂ ਤੇ ਧਿਆਨ ਧਰ ਕੇ ਉਸੇ ਚਰਨਾਂ ਕਮਲਾਂ ਨਾਲ ਆ ਕਰਕੇ ਉਹ ਜਿਹੜਾ ਮਨੋਕਾਮਨਾ ਹੈ ਉਹ ਪੂਰੇ ਕਰਦੇ ਹਨ, ਸਹਾਇਤਾ ਦਿੰਦੇ ਹਨ। ਉਹ ਫਿਰ ਚੇਤਨਤਾ ਦੇ ਸਰੂਪ ਹਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ। ਬਸ ਰਉ ਰਜਨੀ ਮੈਂ ਏਕ ਸੇ ਸਤੁਲ ਹੈ। ਜਿਹੜਾ ਉਹ ਕਮਲ ਫੁੱਲ ਹੈ ਜਿਸ ਤਰ੍ਹਾਂ ਕਿਹਾ ਗਿਆ ਹੈ ਉਹ ਰਾਤ ਦੇ ਸਮੇਂ ਵਿੱਚ ਉਹਦਾ ਜਿਹੜਾ ਮੁੱਖ ਹੈ ਪੱਤੇ ਬੰਦ ਹੋ ਜਾਂਦੇ ਨੇ ਹਨ ਉਹਦੇ, ਤੇ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਹਨ ਉਹ ਇੱਕ ਹੀ ਰੂਪ ਰਹਿੰਦੇ ਹਨ ਸਵੇਰੇ ਰਾਤ। ਸਵੇਰੇ ਵੀ ਧਿਆਨ ਧਰ ਕੇ ਸਤਿਗੁਰਾਂ ਤੋਂ ਮੰਗਣਾ ਕਰੋ ਕੁਛ, ਉਹੀ ਚਰਨਾਂ ਕਮਲਾਂ ਨਾਲ ਆ ਕਰਕੇ ਉਹ ਪੂਰੇ ਕਰਦੇ ਹਨ। ਰਾਤ ਨੂੰ ਵੀ ਜੇ ਤੁਸੀਂ ਧਿਆਨ ਧਰ ਕੇ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਤੇ ਧਿਆਨ ਧਰ ਕੇ ਕੋਈ ਫੁਰਨਾ ਕਰੂ ਉਹ ਰਾਤ ਨੂੰ ਵੀ ਪੂਰਾ ਹੋ ਜਾਂਦਾ ਹੈ। ਇੱਕ ਸਰੂਪ ਰਹਿੰਦੇ ਹਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ। ਲਖੇ ਪਦ ਆਦਰ ਨ ਪਾਰ ਜਾਤ ਕਮਲ ਕੋ। ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਲਿਖਦੇ ਹਨ ਵੀ ਇਸ ਤਰ੍ਹਾਂ ਸਮਝਦੇ ਹਨ, ਇਸ ਤਰ੍ਹਾਂ ਵਿਚਾਰ ਕਰਦੇ ਹਨ ਜਿਹੜੇ ਸਿਆਣੇ ਕਵੀ ਹਨ ਇਸ ਪ੍ਰਕਾਰ ਸਤਿਗੁਰਾਂ ਦੀ ਉਪਮਾ ਕਰਦੇ ਹਨ ਉਹ ਸਤਿਕਾਰ ਨਾਲ ਨਹੀਂ ਕਰਦੇ, ਕਿਉਂ ਕਰਕੇ ਜਿਹੜਾ ਪਾਰ ਜਾਤ ਹੈ ਉਹ ਤਾਂ ਇੱਕ ਜੜ ਹੀ ਹੈ, ਉਹ ਨਾ ਚੇਤਨਤਾ ਦਾ ਸਰੂਪ ਹੈ ਨਾ ਮੁਕਤੀ ਦੇ ਸਕਦੀ। ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਹਨ ਉਹ ਮੁਕਤੀ ਵੀ ਦੇ ਸਕਦੇ ਹਨ ਅਤੇ ਚੇਤਨਤਾ ਦੇ ਸਰੂਪ ਵੀ ਹਨ, ਆ ਕਰਕੇ ਉਹ ਜਿਹੜਾ ਮਨੋਕਾਮਨਾ ਤੁਹਾਡਾ ਹੈ ਉਹ ਪੂਰਾ ਵੀ ਕਰ ਸਕਦੇ ਹਨ। ਤੇ ਜਿਹੜਾ ਕਮਲ ਫੁੱਲ ਹੈ ਉਹ ਇੱਕ ਰਾਤ ਨੂੰ ਉਹ ਜਿਹੜਾ ਮੁੱਖ ਉਹਦਾ ਬੰਦ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਵੇਰੇ ਵੀ ਤੁਸੀਂ ਧਿਆਨ ਧਰ ਕੇ ਜੋ ਫੁਰਨਾ ਪੂਰਾ ਹੋ ਸਕਦਾ, ਰਾਤ ਨੂੰ ਵੀ ਇੱਕ ਸਰੂਪ ਰਹਿੰਦੇ ਹਨ ਤੇ ਸੁੰਦਰ ਸਰੂਪ ਹਨ। ਤਾਤੇ ਪਗ ਪਾਰ ਜਾਤ ਨਾ ਕਮਲ ਹੈ। ਤਾਂ ਹੀ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਜਿਹੜੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਕਮਲ ਹਨ ਉਹ ਚਰਨ ਕਮਲ ਹੀ ਹਨ, ਕੋਈ ਬਰਾਬਰਤਾ ਨਹੀਂ ਹੋ ਸਕਦੀ, ਪਾਰ ਜਾਤ ਦੀ ਵੀ ਨਹੀਂ ਬਰਾਬਰਤਾ ਹੋ ਸਕਦੀ, ਨਾ ਕਮਲ ਫੁੱਲ ਦੀ ਹੋ ਸਕਦੀ ਹੈ। If there's nothing in the world to compare on the level of Sri Guru Nanak Dev Sahib Ji Maharaj's feet, then Sri Guru Nanak Sahib Maharaj's feet are the biggest. There's nothing in the world that is comparable to them, so they can't be compared. So ਹਾਂਜੀ ਚੌਪਈ ਕਰ ਤੁੰਬੀ ਕਟ ਆਨ ਕੀਨ ਉਕਪੀਨਾ। ਸੋ ਹੁਣ ਭਾਈ ਬਾਲਾ ਜੀ ਜੋ ਕਵੀ ਭਾਈ ਸੰਤੋਖ ਸਿੰਘ ਜੀ ਜੋ ਭਾਈ ਬਾਲਾ ਜੀ ਸਤਿਗੁਰਾਂ ਦੇ ਸਨਮੁਖ ਬੈਠੇ ਹੋਏ ਹਨ ਉਹਦੇ ਸੁੰਦਰ ਸਰੂਪ ਬਾਰੇ ਥੋੜਾ ਜਿਹਾ ਦੱਸਣਾ ਕਰਦੇ ਹਨ। ਸੋ ਕਰ ਤੁੰਬੀ ਕਟਕੀਨ ਕੁਪੀਨਾ। ਸੋ ਭਾਈ ਬਾਲਾ ਜੀ ਜਿਸ ਤਰ੍ਹਾਂ ਪਿਛਲੇ ਪੁਰਾਣੇ ਸਮੇਂ ਵਿੱਚ ਜੋ ਸਾਧੂ ਲੋਕ ਸੀ ਉਹ ਆਪਦੇ ਹੱਥ ਵਿੱਚ ਜੋ ਤੁੰਬਾ ਗੜਬਾ ਕਹਿ ਲਓ ਉਹ ਹੱਥ ਵਿੱਚ ਰੱਖਿਆ ਕਰਦੇ ਸੀ। ਸੋ ਹੁਣ ਦੇ ਸਮੇਂ ਤੇ ਥਾਂ ਤਾਂ ਜਲ ਪਾਣੀ ਦਾ ਪ੍ਰਬੰਧ ਹੁੰਦਾ ਹੀ ਹੈ,
ਪਰ ਪੁਰਾਣੇ ਸਮੇਂ ਵਿੱਚ ਗੜਬਾ ਰੱਖਦੇ ਹੁੰਦੇ ਸੀ ਜਲ ਭਰ ਕਰਕੇ, ਅਤੇ ਕੀਨ ਕੋ ਪੀਣਾ, ਅਤੇ ਭਾਈ ਬਾਲੇ ਦੇ ਲੱਕ ਉੱਤੇ ਲੰਗੋਟੀ ਬਣੀ ਹੋਈ ਹੈ, ਤਨ ਉਪਰ ਕਮਰੀ ਸਤਲੀਨਾ, ਅਤੇ ਉਹ ਜੋ ਆਪਦੇ ਸਰੀਰ ਤੇ ਭਾਈ ਬਾਲਾ ਜੀ ਨੇ ਇੱਕ ਚਿੱਟੀ ਕੰਬਲੀ ਪਹਿਨੀ ਹੋਈ ਹੈ, ਸਰੀਰ ਉੱਤੇ ਲਈ ਹੋਈ ਹੈ, ਉੱਚੀ ਕੁਲਹ ਸੀਸ ਪਗ ਧਾਰੀ, ਤੇ ਉਹਨਾਂ ਦੇ ਸੀਸ ਉੱਤੇ ਜੋ ਦਸਤਾਰ ਵਾਂਗ ਇੱਕ ਟੋਪੀ ਹੈ, ਕੁਲਹਾ ਕਹਿੰਦੇ ਹਨ, ਜੋ ਫਕੀਰ ਲੋਕ ਬਣਦੇ ਹਨ ਪੁਰਾਣੇ ਸਮੇਂ ਵਿੱਚ, ਉਹ ਕੁਲਹਾ ਭਾਈ ਬਾਲੇ ਨੇ ਆਪਦੇ ਸੀਸ ਉੱਤੇ ਲਈ ਹੋਈ ਹੈ। ਸ਼ਮਸ ਸਵੇਤ ਦੀਰਘ ਇੱਕ ਸਾਰੀ, ਤੇ ਜਿਹੜਾ ਉਹਨਾਂ ਦਾ ਦਾੜਾ ਸੀ ਇੱਕੋ ਜਿਹਾ, ਜੋ ਚਿੱਟਾ ਇੱਕੋ ਜਿਹਾ ਲੰਮਾ ਦਾੜਾ ਸੀ ਉਹਨਾਂ ਦਾ। ਉਰ ਮੈਂ ਗੁਰ ਗੁਰ ਨਾਨਕ ਧਿਆਨਾ, ਸੋ ਭਾਈ ਬਾਲਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਪਦੇ ਹਿਰਦੇ ਵਿੱਚ ਧਿਆਨ ਤਾਰਿਆ, ਬੰਦੇ ਪਦ ਅਰਬਿੰਦ ਵਿਧਾਨਾ, ਅਤੇ ਫਿਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਕਮਲੇ ਉੱਤੇ ਜਾ ਕਰਕੇ ਮੱਥਾ ਟੇਕਣਾ ਕੀਤਾ। ਸੋ ਸੰਗਤ ਜੀ ਸਹੀ ਵਿਧੀ ਨਾਲ ਟੇਕਣਾ ਕੀਤਾ। ਸੋ ਸੰਗਤ ਜੀ ਮੱਥਾ ਟੇਕਣ ਦਾ ਵੀ ਇੱਕ ਸਹੀ ਢੰਗ ਹੁੰਦਾ ਹੈ। ਜਿਹੜੇ ਕਈ ਵੀਰ ਭੈਣ ਹਨ ਉਹ ਆ ਕਰਕੇ ਜੋ ਪੁੱਠੇ ਹੱਥ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਮੱਥਾ ਟੇਕ ਕਰਦੇ ਹਨ, ਪੁੱਠੇ ਹੱਥ ਧਰ ਕੇ, ਪਰ ਅਸਲ ਜਿਹੜਾ ਸਹੀ ਢੰਗ ਹੈ ਸਤਿਕਾਰ ਨਾਲ, ਉਹ ਦੋਵੇਂ ਹੱਥ ਸਿੱਧੇ ਥੱਲੇ ਲਾ ਕਰਕੇ ਜੋ ਆਪਦਾ ਮੱਥਾ ਹੋ ਵੀ ਧਰਤੀ ਨੂੰ ਲਾਉਣਾ ਹੈ। ਇਹ ਭਾਵਨਾ ਨੂੰ ਲੈ ਕਰਕੇ ਵੀ ਜਿਹੜੇ ਮੇਰੇ ਹੱਥ ਹਨ ਉਹ ਸਤਿਗੁਰਾਂ ਦੇ ਚਰਨਾਂ ਕਮਲਾਂ ਉੱਤੇ ਰੱਖੇ ਹੋਏ ਹਨ, ਅਤੇ ਜਿਹੜਾ ਸਾਡਾ ਮੱਥਾ ਹੈ ਉਹ ਸਤਿਗੁਰਾਂ ਦੇ ਚਰਨਾਂ ਕਮਲਾਂ ਉੱਤੇ ਮੱਥਾ ਟੇਕਦਾ ਹੈ। ਇਸੇ ਪ੍ਰਕਾਰ ਸਹੀ ਢੰਗ ਨਾਲ, ਸਹੀ ਵਿਧੀ ਨਾਲ ਭਾਈ ਬਾਲਾ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਉੱਤੇ ਮੱਥਾ ਟੇਕਣਾ ਕੀਤਾ। ਬਾਲਾ ਵਰਣਨ ਕਰਨ ਲੱਗਾ ਬਰ, ਅਤੇ ਹੁਣ ਭਾਈ ਬਾਲਾ ਜੀ ਜੋ ਸਾਰੀ ਸੰਗਤ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਜੋ ਕਥਾ ਹੈ ਉਹ ਵਰਣਨ ਕਰਨ ਲੱਗਾ ਹੈ, ਸੁਣਾਉਣ ਲੱਗਿਆ ਹੈ। ਸਸਮੁਖ ਤੇ ਇਤਿਹਾਸ ਸੁਦਾਸਰ, ਆਪਦੇ ਚੰਦਰਮਾ ਰੂਪੀ ਮੁਖ ਤੋਂ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤ ਵਰਗੀ ਜੋ ਕਥਾ ਹੈ ਉਹ ਸੁਣਾਉਣ ਲੱਗੇ ਹਨ। ਸ੍ਰੀ ਬਾਲਾ ਸੰਦਰਵਾਚ, ਸੋ ਭਾਈ ਬਾਲਾ ਜੀ ਹੁਣ ਜੋ ਸੰਧੂ ਕੋਤਦੇ ਹਨ, ਕਵੀ ਜੀ ਲਿਖਦੇ ਹਨ, ਜਿਹੜਾ ਹੁਣ ਕਥਾ ਆਊਗਾ ਇਹ ਭਾਈ ਬਾਲੇ ਦੇ ਮੁਖ ਤੋਂ ਹੈ, ਜਿਹੜਾ ਹੁਣ ਲਿਖਣ ਲੱਗੇ ਹੋ ਉਹਨਾਂ ਦੀ ਆਵਾਜ਼ ਹੈ। ਕਲ ਯੁਗ ਪਾਏ ਅਕਾਲ ਪ੍ਰਜੋਰਾ, ਸੋ ਸ਼ੁਰੂ ਵਿੱਚ ਕਥਾ 'ਚ ਭਾਈ ਬਾਲਾ ਜੀ ਸਾਰੀ ਸੰਗਤ ਨੂੰ ਸਮਝਾਉਂਦੇ ਹਨ ਕਿ ਕਿਉਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਸ ਧਰਤੀ ਤੇ ਆਉਣਾ ਪਿਆ, ਅਕਾਲ ਪੁਰਖ ਵਾਹਿਗੁਰੂ ਨੂੰ। ਸੋ ਕਲਯੁਗ ਕਲਯੁਗ ਪਾਏ ਅਕਾਲ ਪ੍ਰਜੋਰਾ, ਜਿਹੜਾ ਕਲਯੁਗ ਸੀ ਬਿਨਾਂ ਸਮੇਂ ਤੋਂ ਬਹੁਤਾ ਜ਼ੋਰ ਪਾਇਆ ਹੋਇਆ ਸੀ ਸੰਸਾਰ ਉੱਤੇ, ਪ੍ਰਗਟ ਭਏ ਅਗ ਓਗ ਪ੍ਰਗੋਰਾ, ਅਤੇ ਆਸੇ ਪਾਸੇ ਉਹਨੇ ਬਹੁਤ ਸਾਰਾ ਜ਼ੋਰ ਲਾਇਆ ਸੀ, ਬਹੁਤ ਸਾਰੇ ਪਾਪ ਹੋਣ ਲੱਗੇ ਸੀ ਸੰਸਾਰ ਉੱਤੇ। ਆਦ ਦੁਕਾਲ ਹੋਤ ਉਤਪਾਤਾ, ਬਹੁਤਾ ਭੈੜਾ ਸਮਾਂ ਆ ਗਿਆ ਸੀ, ਜਿਸ ਤਰ੍ਹਾਂ ਜਿਹੜੀ ਖੇਤੀ ਸੀ ਉਹ ਵੀ ਨਾਸ ਹੁੰਦੀ ਸੀ, ਮੀਂਹ ਬਹੁਤਾ ਚਿਰ ਬਾਅਦ ਪੈਂਦਾ ਸੀ, ਬਹੁਤ ਉਪਦਰਵ ਆ ਗਏ ਸੀ। ਭਇਓ ਮਲੇਸ਼ ਰਾਜ ਬਖਿਆਤਾ, ਅਤੇ ਸੰਸਾਰ ਉੱਤੇ ਮਲੇਸ਼ਾਂ ਦਾ ਰਾਜ, ਜੋ ਪਖੰਡ ਪਾਪ ਰੂਪੀ ਜੋ ਰਾਜੇ ਸੀ ਉਹ ਸੰਸਾਰ ਉੱਤੇ ਰਾਜ ਕਰ ਰਹੇ ਸੀ। ਪੰਥ ਮੁਹੰਮਦ ਬੜਤ ਅਪਾਰਾ, ਜਿਹੜਾ ਮੁਹੰਮਦ ਦਾ ਪੰਥ ਸੀ, ਜੋ ਇਸਲਾਮ ਮੁਸਲਿਮ ਸੀ, ਉਹ ਬਹੁਤ ਸਾਰਾ ਉਹਨਾਂ ਦਾ ਧਰਮ ਵੱਧ ਫੁੱਲ ਰਿਹਾ ਸੀ। ਕਲਮਲ ਮੈਂ ਮਤਹੀਨ ਵਿਚਾਰਾ, ਜੋ ਸ੍ਰੇਸ਼ਟ ਮਤ ਤੋਂ, ਸਹੀ ਮਤ ਤੋਂ ਜਿਹੜੇ ਹੀਨ ਲੋਕ ਸੀ ਉਹਨਾਂ ਦੀ ਜਿਹੜੀ ਵਿਚਾਰ ਹੈ, ਉਹ ਜਿਹੜਾ ਕਲਯੁਗ ਦੇ ਪਾਪ ਪੈੜੇ ਬੁੱਧ ਵਾਲੇ, ਉਹਨਾਂ ਦਾ ਹੁਣ ਜਿਆਦੇ ਪਖੰਡ ਚੱਲ ਰਿਹਾ ਸੀ ਸੰਸਾਰ ਤੇ। ਗੋ ਗਰੀਬ ਕੋ ਹਤ ਹੈ ਕੁਸਾਲੀ, ਜਿਹੜੇ ਗਊ ਗਰੀਬ ਸੀ ਉਹਨਾਂ ਨੂੰ ਲੋਕ ਮਾਰ ਕਰਕੇ ਬੜੇ ਖੁਸ਼ ਹੁੰਦੇ ਸੀ, ਪ੍ਰਸੰਨ ਹੁੰਦੇ ਸੀ ਗਊ ਗਰੀਬਾਂ ਨੂੰ ਮਾਰ ਕਰਕੇ। ਕਲ ਕੇ ਕਲ ਹੈ ਕੀਨ ਕੁਚਾਲੀ, ਜਿਹੜੀ ਇਹ ਕਲਯੁਗ ਦੀ ਖੋਟੀ ਚਾਲ ਹੈ, ਪੁੱਠੀ ਜਿਹੜੀ ਚਾਲ ਹੈ, ਇਸ ਪ੍ਰਕਾਰ ਪਾਪ ਕਰਦੇ ਕਰਦੇ ਵੱਧ ਰਹੀ ਸੀ। ਨਿਰਪਤ ਭਏ ਮਤ ਮੰਦ ਮਲੀਨਾ, ਨਿਰਪਤ ਭਾਵ ਰਾਜਾ, ਜੋ ਨਿਰਪਤ ਭਏ ਮਤ ਮੰਦ ਮਲੀਨਾ, ਜਿਹੜੇ ਰਾਜੇ ਸੀ ਉਹਨਾਂ ਦੀ ਡਿਊਟੀ ਹੈ ਆਪਦੇ ਰਾਜ ਸਭਾ ਕਚਹਿਰੀ ਵਿੱਚ ਆਪਦੀ ਪ੍ਰਜਾ ਨੂੰ ਸੰਭਾਲਣ ਨੂੰ, ਰੱਖਿਆ ਕਰਨ ਨੂੰ, ਪਰ ਜਿਹੜੇ ਰਾਜੇ ਸੀ ਉਹ ਬੜੀ ਪੈੜੀ ਬੁੱਧ ਵਾਲੇ ਹੋ ਗਈ ਸੀ, ਪੁੱਠੀ ਮੱਤ ਵਾਲੇ। ਜਨ ਸੁਭ ਕਰਮ ਖੈਸ ਕਿਸ ਲੀਨਾ, ਇਸ ਤਰ੍ਹਾਂ ਮੰਨਣਾ ਕਰੋ ਜਿਹੜੇ ਸਾਰੇ ਸ਼ੁਭ ਕਰਮ ਸੀ, ਸੱਚੇ ਸੁੱਚੇ ਕਰਮ ਸੰਸਾਰ ਉੱਤੇ, ਉਹ ਆ ਕਰਕੇ ਕੋਈ ਖੋ ਕੇ ਲੈ ਗਿਆ। ਮੰਤਰੀ ਲੋਲਪ ਬੇਸਿਆ ਗਾਮੀ, ਤੇ ਜਿਹੜੇ ਰਾਜੇ ਦੇ ਮੰਤਰੀ ਸੀ ਉਹ ਵੀ ਵਿਸ਼ੇ ਵਿਕਾਰਾਂ ਵਿੱਚ ਕਾਮ ਵਿੱਚ ਲੰਪਟ ਹੋ ਗਏ ਸੀ, ਦੁਰਾਚਾਰ ਕਰ ਹੀ ਮਨ ਬਾਮੀ। ਸੋ ਇਸ ਪ੍ਰਕਾਰ ਬਹੁਤ ਸਾਰਾ ਪਾਪ ਹੋਣ ਲੱਗਿਆ ਸੀ ਦੁਨੀਆ ਤੇ। ਜਿਹੜੇ ਵਜ਼ੀਰ ਸੀ ਉਹ ਵੀ ਇਸ ਪ੍ਰਕਾਰ ਵਿਸ਼ੇ ਵਿਕਾਰਾਂ ਤੇ ਵਿੱਚ ਪੈ ਗਏ ਸੀ, ਜਿਹੜੇ ਢੇਡੇ ਪਿੰਗੇ ਮਨ ਵਾਲੇ ਉਹ ਬਹੁਤ ਸਾਰੇ ਪੈੜੇ ਕਰਮ ਕਰਨ ਲੱਗੇ ਸੀ। ਦੋਹਰਾ ਦੁਰਮਤ ਦੁਸ਼ਟ ਦਰੋਦਰੀ, ਸੋ ਦੁਰਮਤ ਭਾਵ ਜੋ
ਜੋ ਦੁਰਮਤ ਭਾਵ ਜੋ ਪੁੱਠੇ ਕੰਮ ਪੈੜੇ ਬੁੱਧ ਵਾਲੇ ਉਹ ਸਾਰੇ ਆ ਗਏ ਸੀ। ਦੁਸ਼ਟ ਜੋ ਦੁਸ਼ਟਾਈ ਲੋਕਾਂ ਦੇ ਵਿੱਚ ਦੁਸ਼ਟਾਈ ਜਿਹੜੀ ਹੈਗੀ ਆ, ਦਰੋਦਰੀ ਦਲਿੱਦਰ ਭਾਵ ਜੂਏਬਾਜੀ ਵੀ ਬਹੁਤ ਹੋਣ ਲੱਗੀ ਸੀ। ਇਸ ਪ੍ਰਕਾਰ ਦੇ ਪਾਪ ਹੋਣ ਲੱਗੇ ਸੀ ਧਰਤੀ ਤੇ। ਦੁਕ੍ਰਿਤ ਦੁਖਤ ਕਲੇਸ਼ ਦੁਕ੍ਰਿਤ ਭਾਵ ਪਾਪ ਬਖੰਡ ਜਿਹੜਾ ਬਹੁਤ ਹੋਣ ਲੱਗ ਗਿਆ ਸੀ। ਦੁਖਤ ਲੋਕਾਂ ਨੂੰ ਦੁਖੀ ਕਰਨਾ ਬਹੁਤ ਦੁਖਦਾਈ ਹੋਣ ਲੱਗੀ ਸੀ। ਅਤੇ ਕਲੇਸ਼ ਸਾਰੇ ਆਪਦੇ ਵਿੱਚ ਬਸ ਝਗੜੇ ਕਰਨ ਲੱਗ ਪਏ ਸੀ। ਇਸ ਪ੍ਰਕਾਰ ਦੇ ਪਾਪ ਹੋਣ ਲੱਗੇ ਸੀ। ਸੂਨ ਸਿੰਘ ਕਾ ਸਰਸ ਸੋ ਇਸ ਤਰ੍ਹਾਂ ਸੀ ਜਿਹੜੀ ਸਿੰਘ ਕਾ ਰਾਖਸ਼ਣੀ ਉਹਦੇ ਸੁਪੁੱਤਰ ਰਾਹੂ ਸਮਾਨ ਵਰਗੇ ਹੋ ਗਏ ਸੀ। ਧਰਮ ਪਇਓ ਰਾਕੇਸ਼ ਸੋ ਇਸ ਤਰ੍ਹਾਂ ਪ੍ਰਤੀਤ ਸੀ ਜਿਸ ਤਰ੍ਹਾਂ like in when there's an eclipse, the moon goes in front of the sun and you can't see the light of the sun and you can't see the moon, the shine of the moon either. So the light, the good karams, the good deeds, is the metaphor for light that was blocked by all the bad deeds by the eclipse in the same way. ਹਾਂਜੀ ਚੌਪਈ ਨਿਪਤ ਪੁਕਾਰ ਨਾ ਸੁਨ ਹੈ ਤੇ ਕਾਈ। ਜਿਹੜੇ ਰਾਜੇ ਸੀ ਉਹ ਜਿਹੜਾ ਜਦੋਂ ਕੋਈ ਗਊ ਗਰੀਬ ਆ ਕਰਕੇ ਉਹਦੀ ਕਚਹਿਰੀ ਵਿੱਚ ਕੋਈ ਪੁਕਾਰ ਨਾ ਕਰੇ ਉਹਨੂੰ ਤਾਂ ਅਣਸੁਣਿਆ ਕਰ ਦਿੰਦੇ ਸੀ। ਕਾਜੀ ਰਿਸ਼ਵਤ ਬਸ ਅਦਕਾਈ। ਤੇ ਜਿਹੜੇ ਕਾਜੀ ਸੀ ਉਹ ਪੈਸੇ ਪੂਸੇ ਲੈ ਕਰਕੇ ਉਹ ਇਸ ਤਰ੍ਹਾਂ ਪੈਸੇ ਪੂਸੇ ਲੈ ਕਰਕੇ ਝੂਠੇ ਕੋ ਸਾਚਾ ਕਰ ਦੇਈ। ਬਰਾਬਰੀ ਲੈ ਕਰਕੇ ਪੈਸੇ ਪੂਸੇ ਲੈ ਕਰਕੇ ਝੂਠੇ ਨੂੰ ਸੱਚਾ ਬਣਾ ਦਿੰਦੇ ਸੀ। ਇਸ ਪ੍ਰਕਾਰ ਦੇ ਪਾਪ ਹੋਣ ਲੱਗੇ ਸੀ। ਸਤ ਨਿਆਏ ਕੋ ਨਾਉ ਨ ਲਈ। ਜਿਹੜਾ ਸੱਤ ਦਾ ਨਿਆਂ ਹੈ, ਸੱਚਾ ਸੁੱਚਾ ਇਨਸਾਫ ਜਿਹੜਾ ਹੈ ਉਹਦਾ ਕੋਈ ਨਾਂ ਹੀ ਨਹੀਂ ਲੈਂਦੇ ਸੀ ਉੱਥੇ। ਜਹ ਤਹ ਚੱਲੀ ਮਲੇਸ਼ਨ ਭਾਖਾ। ਅਤੇ ਜਿਹੜੀ ਮਲੇਛਨ ਦੀ ਭਾਸ਼ਾ ਸੀ ਜੋ ਭਾਵ ਅਰਬੀ ਫਾਰਸੀ ਇਸ ਪ੍ਰਕਾਰ ਬਹੁਤ ਸਾਰੀ ਵੱਧ ਫੁੱਲ ਰਹੀ ਸੀ। ਧਰਮ ਨਰਨ ਸਭ ਨਾਖਾ ਪੁੰਨ ਧਰਮ ਨਿਜ ਨਿਜ ਧਰਮ ਨਰਨ ਸਭ ਨਾਖਾ। ਤੇ ਜਿਹੜੇ ਲੋਕ ਸੀ ਉਹ ਆਪਦੇ ਧਰਮ ਛੱਡ ਕਰਕੇ ਪੈੜੇ ਕੰਮ ਪੁੱਠੇ ਕਰਮ ਕਰਨ ਲੱਗੇ ਸੀ। ਭਾਈ ਬਾਲਾ ਜੀ ਸੰਗਤ ਨੂੰ ਸਮਝਾਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਮਾਰੇ ਤੋਂ ਆਉਣ ਤੋਂ ਪਹਿਲਾਂ ਇਸ ਪ੍ਰਕਾਰ ਬਹੁਤ ਸਾਰਾ ਪੈੜਾ ਸਮਾ ਗਿਆ ਸੀ ਸੰਸਾਰ ਉੱਤੇ। ਪੁੰਨਹੀਨ ਤਨ ਪਾਪਨ ਪੀਨਾ। ਜਿਹੜੇ ਪੁੰਨ ਚੰਗੇ ਕਰਮ ਸੀ ਉਹ ਤੋਂ ਹੀਨ ਹੋ ਕਰਕੇ ਜਿਹੜੇ ਪਾਪ ਪੈੜੇ ਕੰਮਾਂ ਵਿੱਚ ਸਾਰੇ ਲੋਕ ਤਕੜੇ ਹੋਣ ਲੱਗੇ ਸੀ। ਦਰਬਖ ਸੁੱਟ ਹੈ ਦੇਖਤ ਨੀਨਾ। ਸੋ ਜੋ ਗਊ ਗਰੀਬ ਤੁਰਦਾ ਜੋ ਉਹਦਾ ਧਨ ਖੋ ਕੇ ਉਹਦਾ ਜੋ ਪੈਸੇ ਪੂਸੇ ਖੋ ਕਰਕੇ ਲੁੱਟ ਲੈਂਦੇ ਸੀ ਉਹਨੂੰ। ਪਰ ਕਾਰਜ ਕੇ ਕਰਤਾ ਹਾਨੀ। ਤੇ ਜੇ ਕੋਈ ਕਿਸੇ ਪਰਿਵਾਰ ਦਾ ਕੋਈ ਚੰਗਾ ਕੰਮ ਹੋਣ ਲੱਗਿਆ, ਕੋਈ ਚੰਗਾ ਕੰਮ ਉਹਦੀ ਨਿੰਦਿਆ ਕਰਕੇ ਉਹਦੇ ਵਿਗਣ ਪਾ ਕਰਕੇ ਉਹਦਾ ਚੰਗਾ ਕੰਮ ਦਾ ਨਾਸ਼ ਹੀ ਕਰ ਦਿੰਦੇ ਸੀ। ਸਨ ਜਿਉ ਤਨ ਖੋਵਹਿ ਦੁਖਦਾਨੀ। ਸੋ ਸਨ ਇੱਕ ਪਲਾਂਟ ਹੁੰਦਾ ਜਿਸ ਤਰ੍ਹਾਂ ਸਨ ਨੂੰ ਤੋੜ ਤਾੜ ਕਰਕੇ ਉਹਦੇ ਵਿੱਚੋਂ ਰੱਸੀ ਬਣਾਈ ਜਾਂਦੀ ਹੈ ਤੇ ਉਹ ਰੱਸੀ ਨਾਲ ਹੋਰਾਂ ਨੂੰ ਬੰਨਿਆ ਜਾਂਦਾ ਹੈ। ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਹਨ ਕਿ ਆਪ ਦੁਖੀ ਹੋ ਕਰਕੇ ਹੁਣ ਹੋਰਾਂ ਨੂੰ ਵੀ ਦੁਖੀ ਕਰਦੇ ਹਨ। ਸੋ ਸਨ is a hemp plant and it is ripped up and broken up into to get its fibers to make into a rope, and with a rope you tie other people. So Bhai Balaji saying they make themselves dukhi and they're bringing other people down with them, making other people dukhi at the same time. ਹਾਂਜੀ ਪਰ ਤਨ ਪਰ ਨਿੰਦਿਆ ਪਰਦਾਰਾ। ਪਰਾਇਆ ਧਨ ਹੋਰਾਂ ਦੀ ਨਿੰਦਿਆ ਜਿਹੜੀ ਹੈ ਪਰ ਇਸਤਰੀ ਗਮਨ। ਨਿਸ ਦਿਨ ਤਨ ਮਨ ਸੋਹਿਤ ਧਾਰਾ। ਇਸ ਪ੍ਰਕਾਰ ਦੇ ਪਾਪ ਦਿਨ ਰਾਤ ਲੋਕਾਂ ਨੂੰ ਇਸ ਪ੍ਰਕਾਰ ਦੇ ਪਾਪਾਂ ਵਿੱਚ ਪਿਆਰ ਪਾਉਣ ਲੱਗ ਪਿਆ। ਦੋਹਰਾ ਜੰਗਮ ਬਹੁਤ ਸਰੇ ਵਰੇ। ਸੋ ਜਿਹੜੇ ਜੰਗਮ ਹਨ ਉਹ ਟੱਲੀ ਖੜਕਾਉਣ ਵਾਲੇ ਹਨ। ਸ਼ਿਵ ਜੀ ਦੇ ਜੋ ਪੁਜਾਰੀ ਸ਼ਰਧਾਲੂ ਹਨ ਤੇ ਸਰੇਵਰੇ ਜੋ ਜੈਨੀ ਮਤ ਦੇ ਹਨ ਉਹਨਾਂ ਦੇ ਵੀ ਦੋ ਭੇਦ ਵਿਚਾਰ ਹਨ। ਕਰਤ ਦਿਗੰਬਰ ਰਾਰ। ਇਸ ਪ੍ਰਕਾਰ ਉਹ ਆਪਦੇ ਵਿੱਚ ਬਸ ਝਗੜੇ ਕਰਨ ਲੱਗੇ ਵੀ ਅਸੀਂ ਸਹੀ ਆ ਨਹੀਂ ਅਸੀਂ ਸਹੀ ਆ। ਇਸ ਪ੍ਰਕਾਰ ਦੇ ਝਗੜੇ ਕਰਨ ਲੱਗੇ। ਖਟ ਦਰਸ਼ਨ ਹਰ ਨਾਮ ਬਿਨ। ਸੋ ਜਿਹੜੇ ਛੇ ਸ਼ਾਸਤਰ ਜੋ ਛੇ ਮਤਾਂ ਮੰਨਣ ਵਾਲੇ ਹਨ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੋਂ ਬਿਨਾ ਹੋਤ ਬਾਦ ਮਰ ਖੁਆਰ। ਆਪ ਦੇ ਵਿੱਚ ਬਸ ਅਸੀਂ ਸਹੀ ਆ ਝਗੜੇ ਇਸ ਪ੍ਰਕਾਰ ਦੇ ਕਰਨ ਲੱਗੇ। ਝਗੜੇ ਕਰ ਕਰਕੇ ਆਪ ਨੂੰ ਬਸ ਖਰਾਬ ਕਰੀ ਜਾਂਦੇ ਹਨ। ਹਰੀ ਅਕਾਲ ਪੁਰਖ ਦਾ ਨਾਮ ਨੂੰ ਭੁੱਲ ਗਏ ਹਨ ਸਾਰੇ। ਚੌਪਈ ਕੀਨੇ ਦਵਾਦਸ਼ ਮਾਰਗ ਜੋਗੀ। ਸੋ ਜਿਹੜੇ ਜੋਗੀ ਸੀ ਉਹ ਆਪਦੇ ਬਸ 12 ਪੰਥ ਚਲਾ ਦਿੱਤੇ ਆਪਦੇ ਨਾਹਾਂ ਤੇ 12 ਪੰਥ ਚਲਾ ਦਿੱਤੇ ਆਪਦੇ। ਭਾਉ ਭਗਤ ਬਿਨ ਭਏ ਬਿਯੋਗੀ। ਪ੍ਰੇਮਾ ਭਗਤੀ ਨੂੰ ਸਾਰੇ ਭੁੱਲ ਗਏ ਤੇ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜ ਗਏ ਸਾਰੇ। ਕਰਹਿ ਸ਼ਾਸਤਰਨ ਵਿਪਰ ਕੁਬਾਦਾ। ਜਿਹੜੇ ਛੇ ਸ਼ਾਸਤਰਾਂ ਨੂੰ ਮੰਨਣ ਵਾਲੇ ਹਨ ਬ੍ਰਾਹਮਣ ਜਿਹੜੇ ਹਨ ਉਹ ਵੀ ਆਪ ਦੇ ਵਿੱਚ ਬਸ ਝਗੜੇ ਕਰਨ ਲੱਗ ਪਏ। ਬਹੁਤ ਪਰਸਪਰ ਵਦਤ ਵਿਖਾਦਾ। ਵਿਚਾਰ ਕਰਦੇ ਆਪ ਦੇ ਵਿੱਚ ਵਿਚਾਰ ਕਰਦੇ ਉਹ ਵੀ ਝਗੜੇ ਵਿੱਚ ਪੈ ਗਏ। ਮੂੰਡ ਮੰਡਾਵਹਿ ਹੋਏ ਸੰਨਿਆਸੀ। ਜਿਹੜੇ ਕਈ ਲੋਕ ਸੀ ਉਹ ਘਰ-ਬਾਰ ਛੱਡ ਕਰਕੇ ਆਪ ਨੂੰ ਸੰਨਿਆਸੀ ਕਹਾਉਣ ਲੱਗੇ, ਤਿਆਗੀ ਵਿਰਾਗੀ ਕਹਾਉਣ ਲੱਗੇ। ਦਰਬਨਾਰ ਮਹਿ ਰਿਦਾ ਦੁਰਾਸੀ। ਸੋ ਅਸਲ ਵਿੱਚ ਉਹ ਤਿਆਗੀ ਵਿਰਾਗੀ ਤਾਂ ਆਪ ਨੂੰ ਕਹਾਉਂਦੇ ਸੀ ਪਰ ਅਸਲ ਵਿੱਚ ਉਹਨਾਂ ਦੇ ਹਿਰਦੇ ਵਿੱਚ ਜੋ ਪਰਾਇਆ ਧਨ
ਜੋ ਨਿੰਦਿਆ ਹੋਰਾਂ ਦੀ ਨਿੰਦਿਆ, ਜੋ ਪਰ ਇਸਤਰੀ ਗਮਨ, ਜੋ ਇਦਾਂ ਦੇ ਭੈੜੇ ਕੰਮ ਪਾਪ ਉਹਨਾਂ ਦੇ ਹਿਰਦੇ ਵਿੱਚ ਬਹੁਤ ਸੀ। ਭਏ ਅਤੀਤ ਕਹਾਏ ਬੈਰਾਗੀ। ਉਹ ਆਪ ਨੂੰ ਤਾਂ ਤਿਆਗੀ ਬੈਰਾਗੀ ਕਹਾਉਂਦੇ ਸੀ, ਪਰ ਪਾਪ ਬਹੁਤ ਕਰਦੇ ਸੀ। ਗ੍ਰਸਤੀ ਤੇ ਵਧ ਮਨ ਤੋਂ ਲਾਗੀ। ਉਹਨਾਂ ਦੇ ਮਨ ਵਿੱਚ ਜੋ ਤ੍ਰਿਸ਼ਨਾ ਦੀ ਅੱਗ ਹੈ ਉਹ ਗ੍ਰਸਤੀਆਂ ਤੋਂ ਵੀ ਵੱਧ ਸੀ ਉਹਨਾਂ ਦੇ ਮਨ ਵਿੱਚ। ਪੰਡਿਤ ਪਹਿਰੂਆ ਕਰਹਿ ਤੇ ਸਤੇਈ। ਜਿਹੜੇ ਪੰਡਤ ਹਨ ਉਹ ਆਪ ਨੂੰ ਜੋ ਧਰਮ ਦੇ ਪਹਿਰੇਦਾਰ ਕਹਾਉਂਦੇ ਸੀ ਉਹ ਤਾਂ ਆਪ ਹੀ ਚੋਰੀ ਕਰਨ ਲੱਗ ਗਏ। ਰਖਵਾਰੀ ਕੋ ਸਦਨ ਕਰੇਈ। ਪਰ ਬਾਲਾ ਜੀ ਕਹਿੰਦਾ ਜੇ ਧਰਮ ਦੇ ਪਹਿਰੇਦਾਰ ਜਿਹੜੇ ਆਪ ਨੂੰ ਕਹਾਉਣ ਵਾਲੇ ਉਹ ਆਪ ਹੀ ਚੋਰੀ ਕਰਨ ਲੱਗ ਪਏ, ਫਿਰ ਜੋ ਧਰਮ ਦੀ ਰਾਖੀ ਕੌਣ ਕਰੂਗਾ? ਹੋਤੀ ਬਾਰ ਰਖਬਰ ਨਿਰਪਾਲਾ। ਸੋ ਜਿਸ ਤਰ੍ਹਾਂ ਰਾਜ ਦੀ ਡਿਊਟੀ ਹੈ ਕਿ ਆਪਦੀ ਜੋ ਪ੍ਰਜਾ ਦੀ ਸੰਭਾਲਣ ਦਾ ਰੱਖਿਆ ਕਰਨ ਵਾਸਤੇ, ਉਹ ਇਸ ਤਰ੍ਹਾਂ ਡਿਊਟੀ ਹੈ ਰਾਜੇ ਦੀ। ਪ੍ਰਜਾ ਖੇਤ ਕੋ ਖਾਤ ਕੁਢਾਲਾ। ਪਰ ਅਸਲ ਵਿੱਚ ਜਿਹੜਾ ਰਾਜਾ ਸੀ, ਜਿਸ ਤਰ੍ਹਾਂ ਮੈਟਾਫੋਰ ਦਿੰਦੇ ਹਨ ਭਾਈ ਬਾਲਾ ਜੀ, ਜੋ ਖੇਤ ਤੇ ਲਾਗੇ ਫੈਂਸ ਲਾ ਦਿੰਦੇ ਹਨ, ਕੋਈ ਜਾਨਵਰ ਆ ਕੇ ਜੋ ਖੇਤ ਨੂੰ ਨਾਸ ਨਾ ਕਰੇ, ਪਰ ਅਸਲ ਵਿੱਚ ਜਿਹੜਾ ਰਾਜਾ ਹੈ ਉਹ ਆਪ ਖੇਤ ਨੂੰ, ਆਪਦੀ ਰਾਜ ਸਭਾ ਪ੍ਰਜਾ ਰੂਪੀ ਖੇਤ ਨੂੰ ਖਾਣ ਲੱਗ ਗਿਆ, ਨਾਸ ਕਰਨ ਲੱਗ ਗਿਆ ਹੈ, ਆਪਦੀ ਪ੍ਰਜਾ ਨੂੰ ਹੀ ਦੁਖੀ ਕਰਨ ਲੱਗ ਪਿਆ ਹੈ। ਦੋਹਰਾ ਭਇਓ ਭਾਰ ਤਰ ਪਰ ਅਦਕ। ਅਤੇ ਬਹੁਤ ਸਾਰਾ ਭਾਰ ਜੋ ਪਾਪਾਂ ਦਾ ਪਖੰਡਾਂ ਦਾ ਧਰਤੀ ਉੱਤੇ ਪੈ ਗਿਆ। ਧਰਮ ਧਰਤ ਨਹਿ ਧੀਰ। ਅਤੇ ਜਿਹੜੀ ਧਰਤੀ ਹੈ ਉਹਨੇ ਹੌਂਸਲਾ ਹਾਰ ਲਿਆ, ਇੰਨਾ ਪਾਪ ਹੋਣ ਲੱਗ ਗਿਆ ਉਹਦੀ ਧਰਤੀ ਤੇ। ਭਾਉ ਭਗਤ ਨਹਿ ਜਗਤ ਮੇ। ਜਿਹੜਾ ਭਾਉ ਭਗਤੀ ਦਾ ਉਪਦੇਸ਼ ਸੀ ਉਹ ਕੁਝ ਕਿਤੇ ਨਹੀਂ ਦਿਸ ਰਿਹਾ ਸੀ, ਭਾਉ ਭਗਤੀ ਸਾਰੇ ਹੀ ਭੁੱਲ ਗਏ ਸੀ। ਵਿਕਲ ਭਈ ਭੈ ਪੀਰ। ਤੇ ਜਿਹੜੀ ਧਰਤੀ ਸੀ ਉਹ ਬੜੀ ਵਿਆਕੁਲ ਹੋ ਗਈ, ਬੜੀ ਭੈ ਨਾਲ ਭਰ ਗਈ, ਡਰ ਗਈ ਉਹ। ਚਉਪਈ ਏਕੰਕਾਰ ਅਰਾਧਨ ਕੀਨਾ। ਸੋ ਜਿਹੜੀ ਧਰਤੀ ਸੀ ਨੇ ਇੱਕ ਦੁਆਇਤ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜੋ ਸਾਰਿਆਂ ਦਾ ਪਾਲਣਾ ਕਰਨ ਵਾਲਾ ਹੈ, ਉਹਨੂੰ ਪੁਕਾਰਨਾ ਕੀਤੀ, ਉਹਨੂੰ ਆਰਾਧਨ ਕੀਤਾ ਧਰਤੀ ਨੇ। ਭਣਤ ਬੇਨਤੀ ਭਈ ਅਧੀਨਾ। ਇਸ ਪ੍ਰਕਾਰ ਨਿਮਰਤਾ ਨਾਲ ਇਸ ਤਰ੍ਹਾਂ ਬੇਨਤੀ ਕੀਤੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਪਰਮੇਸ਼ਰ ਪੁਰਖ ਪੁਰਾਤਨ। ਇਹ ਪਰਮੇਸ਼ਰ ਸਰੂਪ ਜੋ ਪੁਰਖਾਂ ਤੋਂ ਪਰੇ ਹਨ, ਪੁਰਾਤਨ ਨਾਦੀ ਸਰੂਪ। ਪਰਮ ਪਰਵਾਨਾਥ ਸਨਾਤਨ। ਜੋ ਪਰਮ ਪਰਾਬਰਨਾਥ ਅਕਾਲ ਪੁਰਖ ਵਾਹਿਗੁਰੂ ਗਰੀਬਾਂ ਦੇ ਮਾਲਕ, ਸਨਾਤਨ ਪੁਰਾਤਨ ਨਾਦੀ ਸਰੂਪ। ਦੀਨ ਬੰਦ ਪ੍ਰਭ ਦੀਨ ਦਿਆਲਾ। ਦੀਨਾਂ ਦੇ ਪਿਆਰੇ, ਦੀਨਾਂ ਦੇ ਦਿਆਲੂ ਕਿਰਪਾਲੂ ਵਾਹਿਗੁਰੂ ਜੀ। ਦੀਨਾਨਾਥ ਪ੍ਰੋਖ ਪ੍ਰਤਪਾਲਾ। ਦੀਨਾਨਾਥ ਗਰੀਬਾਂ ਦੇ ਮਾਲਕ, ਜੋ ਗੁਪਤ ਰੂਪ ਚ ਆ ਕਰਕੇ ਪਾਲਣਾ ਕਰਨ ਵਾਲੇ ਵਾਹਿਗੁਰੂ ਜੀ, ਆਪ ਜੀ ਸੁਣਨਾ ਕਰੋ। ਅਜਰ ਅਮਰੇ ਦੀਨ ਅਜਰ ਅਰਵੇਂ ਅਨਵਦ ਅਪੇਖਾ। ਸੋ ਅਜਰ ਬੜੇਪੇ ਤੋਂ ਪਰੇ, ਜੋ ਅਜਰ ਅਮਰ ਅਨਵਦ ਅਪੇਖਾ, ਜੋ ਬੜੇਪੇ ਤੋਂ ਪਰੇ, ਸੋ ਮੌਤ ਤੋਂ ਪਰੇ, ਕਥਨ ਤੋਂ ਪਰੇ ਅਤੇ ਭੇਖਾਂ ਤੋਂ ਪਰੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਸੁਣੋ। ਭੈ ਨਿਰੰਜਨ ਅਲਖ ਅਲੇਖਾ। ਭੈ ਤੋਂ ਰਹਿਤ ਜੋ ਸੁਧ ਸਰੂਪ, ਮਾਇਆ ਤੋਂ ਰਹਿਤ, ਲੇਖੇ ਤੋਂ ਰਹਿਤ ਸਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਸੁਣਨਾ ਕਰੋ। ਕਲ ਮਲ ਕਲ ਕੇ ਕਾਲ ਬਿਥਾਰਾ। ਜਿਹੜਾ ਕਲਯੁਗ ਨੇ ਉਹਨੇ ਬਹੁਤ ਸਾਰਾ ਜ਼ੋਰ ਪਾ ਲਿਆ ਸੰਸਾਰ ਤੇ, ਬਹੁਤ ਸਾਰੇ ਪੈੜੇ ਕੰਮ ਪਾਪ ਪਖੰਡ ਹੋਣ ਲੱਗ ਗਿਆ ਹੈ। ਅਬਹਿ ਭਾਰ ਨਹਿ ਜਾਏ ਸੰਭਾਰਾ। ਅਤੇ ਜਿਹੜਾ ਉਹ ਸਾਰਾ ਭਾਰ ਹੈ ਉਹ ਮੇਰੇ ਤੋਂ ਹੁਣ ਸਹਾਰਿਆ ਨਹੀਂ ਜਾਂਦਾ ਅਕਾਲ ਪੁਰਖ ਵਾਹਿਗੁਰੂ ਜੀ। ਅਤ ਦੁਸ਼ਟਰ ਦੁਖ ਵੇਲਾ ਭਇਓ। ਬਹੁਤ ਸਾਰਾ ਦੁਖੀ ਸਮਾਂ, ਪੈੜਾ ਸਮਾਂ, ਔਖਾ ਸਮਾਂ ਆ ਗਿਆ ਹਨ ਧਰਤੀ ਉੱਤੇ। ਬਿਨ ਅਵਲੰਬ ਜਾਤ ਨਹਿ ਰਹਿਓ। ਅਕਾਲ ਪੁਰਖ ਵਾਹਿਗੁਰੂ ਜੀ ਆਪਦੇ ਆਸਰੇ ਤੋਂ ਬਿਨਾਂ ਇਹ ਮੇਰੇ ਤੋਂ ਚੱਲਿਆ ਨਹੀਂ ਜਾਂਦਾ, ਸਹਾਰਿਆ ਨਹੀਂ ਜਾਂਦਾ। ਦੋਹਰਾ ਸਤਜੁਗ ਮਹਿ ਚਾਰੋ ਚਰਨ। ਸਤਜੁਗ ਦੇ ਸਮੇਂ ਵਿੱਚ ਚਾਰ ਪੈਰ, ਜੋ ਧਰਮ ਦੇ ਚਾਰ ਪੈਰ ਕਹੇ ਜਾਂਦੇ ਹਨ, ਉਹ ਚਾਰ ਪੈਰ ਸਤਜੁਗ ਦੇ ਸਮੇਂ ਵਿੱਚ ਸੀ। ਸੋ ਸਤ, ਤਪ, ਜਗ ਤੇ ਦਾਨ, ਉਹ ਚਾਰ ਪੈਰ ਸਤਜੁਗ ਦੇ ਸਮੇਂ ਰਹੇ ਸੀ ਧਰਮ ਦੇ। ਤ੍ਰੇਤੇ ਤੀਨ ਰਹਾਏ। ਅਤੇ ਤ੍ਰੇਤੇ ਵਿੱਚ ਸਤ ਛੱਡ ਕਰਕੇ ਸਾਰੇ ਝੂਠ ਬੋਲਣ ਲੱਗੇ ਸੀ, ਅਤੇ ਤਿੰਨ ਹੀ ਪੈਰ ਧਰਮ ਦੇ ਰਹਿ ਗਏ ਸੀ। ਦੁਆਪਰ ਮਹਿ ਦੋ ਰਹੇ। ਸੋ ਦੁਆਪਰ ਵਿੱਚ ਦੋ ਹੀ ਪੈਰ ਰਹਿ ਗਏ, ਸਤ ਛੱਡ ਦਿੱਤਾ ਅਤੇ ਜਗ ਕਰਨਾ ਛੱਡ ਦਿੱਤਾ। ਕਲ ਇੱਕ ਚਰਨ ਟਿਕਾਏ। ਤੇ ਹੁਣ ਕਲਯੁਗ ਦੇ ਸਮੇਂ ਵਿੱਚ ਤਿੰਨ ਪੈਰ ਜੋ ਛੱਡ ਦਿੱਤੇ, ਦਾਨ ਕਰਨ ਦਾ ਬਸ ਰਹਿ ਗਿਆ ਕਲਯੁਗ ਦੇ ਸਮੇਂ ਵਿੱਚ ਇੱਕ ਪੈਰ। ਚਉਪਈ ਕਲਮਲ ਮੈਂ ਆਇਓ ਕਲ ਕਾਲਾ। ਸੋ ਇਸ ਪ੍ਰਕਾਰ ਧਰਤੀ ਅਕਾਲ ਪੁਰਖ ਵਾਹਿਗੁਰੂ ਇਸ ਪ੍ਰਕਾਰ ਬੇਨਤੀ ਕਰਦੀ ਹੈ ਕਿ ਅਕਾਲ ਪੁਰਖ ਜੀ ਹੁਣ ਇਹ ਧਰਤੀ ਉੱਤੇ, ਸੰਸਾਰ ਉੱਤੇ ਕਲਯੁਗ ਨੇ ਬਹੁਤ ਸਾਰਾ ਬਿਨਾਂ ਸਮੇਂ ਤੋਂ ਜ਼ੋਰ ਪਾ ਲਿਆ ਹੈ, ਬਹੁਤ ਸਾਰਾ ਪਖੰਡ ਪਾਪ ਹੋਣ ਲੱਗ ਪਿਆ ਹੈ ਆਸੇ ਪਾਸੇ। ਭਇਓ ਸੋਇਆ ਤੇ ਭਾਰ ਵਿਸਾਲਾ। ਤੇ ਬਹੁਤ ਸਾਰਾ ਧਰਤੀ ਉੱਤੇ ਭਾਰ ਹੈ ਹੁਣ। ਇੱਕ ਚਰਨ ਤੇ ਟਿਕਾ ਨ ਜਾਈ। ਤੇ ਜਿਹੜਾ ਧਰਮ ਹੈ ਉਹ ਇੱਕ ਪੈਰ ਤੇ ਨਹੀਂ ਟਿਕਿਆ ਜਾਂਦਾ। ਬਿਨ ਅਵਲੰਬ ਨਾ ਥਿਰਤਾ ਪਾਈ। ਅਕਾਲ ਪੁਰਖ ਵਾਹਿਗੁਰੂ ਜੀ ਆਪਦੇ ਆਸਰੇ ਤੋਂ ਬਿਨਾਂ ਜਿਹੜਾ ਧਰਮ ਹੈ ਇਹ ਟਿਕਿਆ ਨਹੀਂ ਜਾਣਾ, ਆਪਦੀ ਆਸਰਾ ਦੀ ਲੋੜ ਹੈ। ਏਕੰਕਾਰ ਬਿਨੈ ਸੁਨ ਲੀਜੈ। ਇਹ ਏਕੰਕਾਰ, ਇੱਕ ਅਦਵੈਤ ਸਰੂਪ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਪ੍ਰਕਾਸ਼ਕ ਹੈ, ਪਾਲਣਾ ਕਰਨ ਵਾਲਾ ਹੈ।
ਇਸ ਤਰ੍ਹਾਂ ਮੇਰੀ ਬੇਨਤੀ ਆਪ ਜੀ ਸੁਣਨਾ ਕਰੋ। ਫਿਰ ਹੋਵੋ ਕੋ ਅਵਲੰਬ ਦੀਜੈ। ਆਪ ਜੀ ਆਸਰਾ ਕੇ ਦੇਵੋ, ਕੋਈ ਕਿਸ ਨੂੰ ਭੇਜੋ, ਕੋਈ ਕਰੋ ਆਸਰਾ ਦੇਵੋ। ਜੋਤੀ ਰੂਪ ਆਤੁਰੀ ਸੋ ਬਾਨੀ। ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਨੇ ਨਾ ਇਸ ਤਰ੍ਹਾਂ ਦੁੱਖ ਭਰੀ ਬਾਣੀ ਧਰਤੀ ਤੋਂ ਸੁਣਨਾ ਕੀਤੀ। ਸੁਨਤ ਵਿਚਾਰ ਕੀਨ ਸੁਖਦਾਨੀ। ਇਸ ਤਰ੍ਹਾਂ ਸੁਣ ਕਰਕੇ ਸੁੱਖਾਂ ਦੇ ਦਾਨ ਅਕਾਲ ਪੁਰਖ ਵਾਹਿਗੁਰੂ ਨੇ ਇਸ ਤਰ੍ਹਾਂ ਇਸ ਪ੍ਰਕਾਰ ਵਿਚਾਰ ਕਰਨਾ ਕੀਤਾ। ਹਾਂਜੀ, ਇਸ ਕਾਰਜ ਕੋ ਬਹੁਤ ਪਠਾਈ। ਇਹ ਜਿਹੜਾ ਕਾਰਜ ਹੈ ਕੰਮ ਧਰਮ ਨੂੰ ਕਾਇਮ ਰੱਖਣ ਵਾਸਤੇ ਮੈਂ ਬਹੁਤ ਸਾਰਿਆਂ ਨੂੰ ਭੇਜਿਆ ਹੈ ਧਰਤੀ ਉੱਤੇ ਸੰਸਾਰ ਉੱਤੇ। ਜਾਏ ਤਹਾਂ ਨਿਜ ਪੰਥ ਪਰ ਚਲਾਈ। ਉਹ ਆ ਕਰਕੇ ਸੰਸਾਰ ਤੇ ਜਾ ਕਰਕੇ ਉਹ ਆਪਦੇ ਪੰਥ ਬਸ ਉਹਨਾਂ ਨੇ ਚਲਾ ਦਿੱਤੇ। ਬਿਸਰੇ ਜਾ ਕਾਰਜ ਤਹ ਤੇ ਗਏ। ਜਿਹੜਾ ਸਹੀ ਕਾਰਜ ਸੀ, ਜਿਹੜਾ ਸਹੀ ਕੰਮ ਸੀ, ਉਹ ਤੋਂ ਤਾਂ ਸਾਰੇ ਭੁੱਲ ਗਏ। ਆਪਣੇ ਆਪਣੇ ਮਤ ਠਹਿਰਾਏ। ਉਹਨਾਂ ਨੇ ਜਾ ਕਰਕੇ ਜੋ ਆਪਦਾ ਮਤ, ਆਪਦਾ ਸਿਧਾਂਤ, ਆਪਦਾ ਧਰਮ ਉਹਨਾਂ ਨੇ ਆਪ ਜਾ ਕੇ ਉੱਥੇ ਕਾਇਮ ਕਰ ਲਿਆ ਹੈ। ਕਿਨਹੋ ਨਾ ਮਹਿਮਾ ਨਾਮ ਬਿਥਾਰੀ। ਸੋ ਜਿਹੜੀ ਨਾਮ ਦੀ ਮਹਿਮਾ ਹੈ, ਸਤਿਗੁਰਾਂ ਦੀ ਨਾਮ ਦੀ ਮਹਿਮਾ ਹੈ, ਉਹਨਾਂ ਨੇ ਜਾ ਕਰਕੇ ਕਿਸੇ ਨੇ ਨਹੀਂ ਉੱਥੇ ਜਾ ਕੇ ਕੀਤੀ ਨਾਮ ਦੀ ਮਹਿਮਾ, ਕਿਸੇ ਨੇ ਨਹੀਂ ਪ੍ਰੇਮਾ ਭਗਤੀ ਦਾ ਉਪਦੇਸ਼ ਫੈਲਿਆ ਉੱਥੇ। ਭਾਉ ਭਗਤ ਕੀ ਰੀਤ ਨਾ ਡਾਰੀ। ਜਿਹੜੀ ਪ੍ਰੇਮਾ ਭਗਤੀ, ਭਾਵ ਭਗਤੀ ਦੀ ਰੀਤ ਹੈ, ਜੋ ਮਰਿਆਦਾ ਹੈ, ਉਪਦੇਸ਼ ਹੈ, ਉਹਨਾਂ ਨੇ ਜਾ ਕਰਕੇ ਉੱਥੇ ਕਿਸੇ ਨੇ ਨਹੀਂ ਦਿੱਤੀ ਉੱਥੇ ਜਾ ਕਰਕੇ। ਜੋ ਹੋਵਤ ਅਵਲੰਬਤ ਛੋਨੀ। तो फिर इस प्रकार जो आसरा देने वाले अकाल पुरख वाहिगुरु इस प्रकार फिर ਧਰਤੀ ਨੂੰ ਬਚਨ ਆਖਣ ਲੱਗੇ। ਇਉਂ ਵਿਚਾਰ ਬੋਲੇ ਜਗ ਜੋਨੀ। ਵਿਚਾਰ ਕਰਕੇ ਇਸ ਪ੍ਰਕਾਰ ਧਰਤੀ ਨੂੰ ਬਚਨ ਆਖਣ ਲੱਗੇ ਅਕਾਲ ਪੁਰਖ ਵਾਹਿਗੁਰੂ। ਨਾਮ ਕੀਰਤਨ ਬਿਥਰਹੁ ਜਬ ਹੀ। ਸੋ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਹੈ, ਜਿਹੜਾ ਕੀਰਤਨ ਹੈ, ਉਹ ਸੰਸਾਰ ਵਿੱਚ ਪ੍ਰਗਟ ਕਰਾਂਗੇ, ਪ੍ਰਕਾਸ਼ ਕਰਾਂਗੇ। ਤੁਝ ਅਵਲੰਬ ਹੋਏ ਹੈ ਤਬ ਹੀ। ਤਾਂ ਕਿ ਜਿਹੜਾ ਤੇਰਾ ਸਹਾਰਾ ਹੈ, ਆਸਰਾ ਹੈ, ਤੇਰੇ ਲਈ ਹੋ ਜਾਊਗਾ। ਯਾ ਤੇ ਪ੍ਰਗਟਾਵੇ ਜਗ ਤੇ ਆਏ। ਇਸ ਲਈ ਮੈਂ ਆਪ ਅਕਾਲ ਪੁਰਖ ਵਾਹਿਗੁਰੂ ਦੁਨੀਆ ਤੇ ਆ ਕਰਕੇ ਪ੍ਰਗਟ ਹੋਵਾਂਗਾ। ਮੋਹ ਬਿਨ ਹੋਤ ਨਾ ਆਨ ਉਪਾਏ। ਹੁਣ ਬਹੁਤ ਸਾਰੇ ਨੂੰ ਮੈਂ ਸੰਸਾਰ ਉੱਤੇ ਭੇਜਿਆ, ਪਰ ਉਹਨਾਂ ਤੋਂ ਕੰਮ ਇਹ ਜਿਹੜਾ ਹੋਇਆ ਨਹੀਂ ਧਰਮ ਨੂੰ ਕਾਇਮ ਰੱਖਣ ਵਾਸਤੇ। ਹੁਣ ਆਪ ਮੈਨੂੰ ਆਣਾ ਪੈਣਾ। ਧਰਮ ਤਾਮ ਤਰ ਧੀਰਜ ਦੀਨੋ। ਸੋ ਧਰਮ ਦੇ ਮਾਲਕ ਜੋ ਅਕਾਲ ਪੁਰਖ ਵਾਹਿਗੁਰੂ ਹਨ, ਇਸ ਪ੍ਰਕਾਰ ਧਰਤੀ ਨੂੰ ਹੌਸਲਾ ਦਿੱਤਾ। ਪਾਏ ਅਲੰਬ ਹੋਏ ਦੁਖ ਸ਼ੀਨੋ। ਤੇ ਇਸ ਪ੍ਰਕਾਰ ਆਸਰਾ ਦੇ ਕਰਕੇ ਜਿਹੜੇ ਧਰਤੀ ਦੇ ਦੁੱਖ ਸੀ, ਉਹ ਇਸ ਤਰ੍ਹਾਂ ਨਾਸ ਕਰ ਦਿੱਤੇ। ਸੁਰ ਸੁਨ ਕਰ ਗਿਰਾ ਗਗਨ ਕੀ ਤੇ ਸ਼ੋਨੀ। ਇਸ ਪ੍ਰਕਾਰ ਜਿਹਨੂੰ ਧਰਤੀ ਨੇ ਜੋ ਆਕਾਸ਼ ਬਾਣੀ, ਜੋ ਸੁੰਦਰ ਆਕਾਸ਼ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਸੁਣਨਾ ਕੀਤੀ, ਔਰ ਕਰ ਪਰਮ ਹਰਖ ਮੁਖ ਮੋਨੀ। ਬਹੁਤ ਸਾਰਾ ਸੁਖ ਮਾਣਿਆ, ਪ੍ਰਸੰਨ ਹੋਈ ਬਹੁਤ ਸਾਰੇ, ਤੇ ਮੁਖ ਮੋਨੀ ਮੋਨ ਹੋ ਗਈ। ਇਸ ਦਾ ਭਾਵ ਹੈ ਚੁੱਪ ਹੋ ਗਈ ਪ੍ਰਸੰਨਤਾ ਨਾਲ। ਜਗ ਮਹਿ ਰਗਵਰ ਕੁਲ ਅਲਕੰਕਾ। ਤੇ ਜਿਹੜਾ ਜਗਤ ਵਿੱਚ ਜੋ ਕੁੱਲ ਸੀ, ਜੋ ਅਕਲੰਕ ਸੀ, ਉਹ ਸ੍ਰੀ ਰਾਮਚੰਦਰ ਦਾ ਕੁੱਲ ਸੀ। ਉਹ ਤਾਂ ਹੀ ਕਰਕੇ ਪ੍ਰਗਟੇ ਬੇਦੀ ਕੁਮਦ ਮਯੋਕਾ। ਅਕਾਲ ਪੁਰਖ ਵਾਹਿਗੁਰੂ ਨੇ ਉਹ ਕੁੱਲ ਨੂੰ ਚੂਜ਼ ਕੀਤਾ ਕੋ ਅਕਲੰਕ ਸੀ। ਉਹ ਬੇਦੀ ਕੁੱਲ ਦੇ ਵਿੱਚ ਸਤਿਗੁਰਾਂ ਨੇ ਪ੍ਰਕਾਸ਼ ਅਵਤਾਰ ਤਾਰਿਆ। ਏਕ ਓੰਕਾਰ ਧਾਰ ਨਿਜ ਰੂਪਾ। ਇੱਕ ਦਵਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਉਸ ਕੁੱਲ ਵਿੱਚ ਆ ਕਰਕੇ ਅਵਤਾਰ ਤਾਰਿਆ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਵਿੱਚ ਆਏ ਹਨ। ਪ੍ਰਗਟੇ ਸਤਿਗੁਰ ਰੂਪ ਅਨੂਪਾ। ਜੋ ਬਰਾਬਰਤਾ ਨਹੀਂ ਹੋ ਸਕਦੀ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਉਹ ਫਿਰ ਬੇਦੀ ਕੁਲ ਵਿੱਚ ਆ ਕਰਕੇ ਪ੍ਰਗਟ ਹੋਏ ਹਨ। ਦੋਹਰਾ ਨਿਸਕੁਚਾਲ ਕਲ ਕਾਲ ਤੁਮ। ਤੇ ਫਿਰ ਹੁਣ ਭਾਈ ਬਾਲਾ ਜੀ ਐਗਜ਼ਾਮਪਲ ਕਰਦੇ ਹਨ ਕਿ ਜਿਹੜਾ ਰਾਤ ਹੈ, ਹਨੇਰਾ ਹੈ, ਉਹ ਜਿਹੜੇ ਪੈੜੇ ਬੁੱਧ ਵਾਲੇ, ਪੈੜੀ ਮਾਤੋ, ਉਹਦੀ ਨਿਆਈ ਹੈ। ਉਡਗਨ ਦੰਭ ਸਮਾਜ। ਤੇ ਜਿਹੜੇ ਰਾਤ ਦੇ ਧਾਰੇ ਹਨ, ਉਹ ਫਿਰ ਪਖੰਡਾਂ ਦੇ ਨਿਆਈ ਹੈ। ਭਏ ਕੁਮੁਦ ਸੇ ਅਨੇਕ ਮਤ। ਕੁਮੁਦ ਹੁੰਦਾ ਕਵੀ ਦੇ ਫੁੱਲ। ਉਹ ਕੁਮੁਦ ਇਸ ਪ੍ਰਕਾਰ ਕਹਿੰਦੇ ਹਨ ਜਿਹੜੇ ਆਪਦੇ ਮਤ ਲੋਕਾਂ ਨੇ ਚਲਾ ਦਿੱਤੇ, ਉਹ ਕਵੀ ਦੇ ਫੁੱਲ ਵਾਂਗ ਹਨ। ਇੰਦ ਮੁਹੰਮਦ ਰਾਜ। ਤੇ ਜਿਹੜਾ ਚੰਦਰਮਾ ਹੈ, ਉਹ ਜਿਹੜਾ ਪੰਥ ਮੁਹੰਮਦ ਦਾ ਪੰਥ ਜੋ ਨੇ ਆਪਦਾ ਇਸਲਾਮ ਉਹ ਚਲਾ ਦਿੱਤਾ, ਉਹ ਚੰਦਰਮਾ ਰੂਪੀ ਹੈ। ਚੌਪਈ ਤਿਨ ਕੋ ਹਰਨ ਬਾਲ ਦਿਨ ਰਾਉ। ਤੇ ਜਦੋਂ ਫਿਰ ਸੂਰਜ ਪ੍ਰਕਾਸ਼ਮਾਨ ਹੁੰਦਾ, ਜਿਹੜਾ ਸਾਰੀਆਂ ਚੀਜ਼ਾਂ ਜਿਹੜੀ ਗੱਲ ਕਰਦੇ ਹਨ, ਉਹ ਸਾਰੇ ਨਾਸ ਹੋ ਜਾਂਦੇ ਹਨ, ਸੂਰਜ ਪ੍ਰਕਾਸ਼ਮਾਨ ਹੋ ਜਾਂਦਾ। ਉਹਦੇ ਸੋ ਨਾਨਕ ਤੇਜ ਪ੍ਰਭਾਉ। ਇਸੇ ਹੀ ਪ੍ਰਕਾਰ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਤੇ ਪ੍ਰਗਟ ਹੁੰਦੇ ਨੇ, ਇਸ ਪ੍ਰਕਾਰ ਜੋ ਸੂਰਜ ਆ ਕਰਕੇ ਇਸ ਪ੍ਰਕਾਸ਼ਮਾਨ ਹੋ ਜਾਂਦਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਬਚਨ ਕਿਰਨ ਜਾ ਮਹਿ ਪ੍ਰਕਾਸ਼ੇ। ਤੇ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਹਨ, ਉਹ ਕਿਰਨਾਂ ਵਾਂਗ ਹਨ। ਜਿੱਦਾਂ ਸੂਰਜ ਦੇ ਕਿਰਨਾਂ ਹੈਗੀਆਂ, ਜਿਹੜੇ ਸੂਰਜ ਦੇ ਕਿਰਨਾਂ ਹਨ, ਉਹ ਬਚਨ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਦੇ ਰੂਪ ਹਨ। ਸੰਤ ਤਾਮ ਰਸ ਹੇਰ ਵਿਕਾਸੇ। ਤੇ ਜਦੋਂ ਫਿਰ ਸੂਰਜ ਪ੍ਰਕਾਸ਼ਮਾਨ ਹੋ ਜਾਂਦਾ, ਨਾਲ ਹੀ ਜੋ ਕਮਲ ਦੇ ਫੁੱਲ ਹਨ, ਉਹ ਵੀ ਪ੍ਰਕਾਸ਼ਮਾਨ ਹੋ ਜਾਂਦੇ ਹਨ। ਤੇ ਇਸੇ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਹਨ, ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹੋਣਗੇ,
ਨਾਲ ਹੀ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਆਉਣਗੇ। ਦੰਬੀ ਸਮ ਉਲੂਕੂ ਦੁਖ ਭਾਰੀ। ਤੇ ਜਿਹੜਾ ਉੱਲੂ ਹੈ ਪਖੰਡ ਰੂਪੀ ਉੱਲੂ, ਜਦੋਂ ਸੂਰਜ ਚੜ੍ਹਦਾ ਹੈ ਉਹਦੇ ਜਿਹੜੀ ਕਿਰਨਾਂ ਹੈ ਉਹਦੇ ਫਿਰ ਦੁੱਖ ਲੱਗਦੇ ਹਨ, ਤਾਂ ਹੀ ਕਰਕੇ ਉਹ ਵੀ ਲੁਕ ਜਾਂਦਾ ਹੈ ਪਖੰਡ ਰੂਪੀ ਉੱਲੂ। ਕਿੰਕਰ ਕੋਕ ਭਏ ਸੁਖਿਆਰੀ। ਤੇ ਜਿਹੜੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਾਸ ਹਨ, ਸਿੱਖ ਹਨ, ਉਹ ਬੜੇ ਫਿਰ ਸੁਖ ਮਾਣਦੇ ਹਨ, ਪ੍ਰਸੰਨ ਹੁੰਦੇ ਹਨ। ਆਤਪ ਭਗਤ ਜਗਤ ਪ੍ਰਕਾਸ਼ੀ। ਜਿਹੜਾ ਪ੍ਰੇਮਾ ਭਗਤੀ ਦਾ ਉਪਦੇਸ਼ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਕਰਕੇ ਜਗਤ ਦੇ ਪ੍ਰਕਾਸ਼ ਕਰਦੇ ਹਨ, ਪ੍ਰਗਟਦੇ ਹਨ। ਨੀਂਦ ਅਵਿਦਿਆ ਸਿੱਖਨ ਨਾਸੀ। ਤੇ ਜਿਹੜੇ ਨੀਂਦ ਦੀ ਅਵਿਦਿਆ ਹੈ, ਨੀਂਦ ਰੂਪੀ ਅਵਿਦਿਆ ਜਿਹੜੀ ਹੈ ਉਹ ਸਿੱਖਾਂ ਵਿੱਚ ਨਾਸ ਹੁੰਦੀ ਹੈ ਜਦੋਂ ਸੂਰਜ ਪ੍ਰਕਾਸ਼ਮਾਨ ਹੁੰਦਾ, ਜਿਹੜੀ ਨੀਂਦ ਰੂਪੀ ਅਵਿਦਿਆ ਹੈ। ਗਿਆਨ ਨਾਮ ਮਹਿ ਨਰਬਰ ਤੇ ਜਾਗੇ। ਜਿਹੜੇ ਚੰਗੇ ਪੁਰਸ਼ ਹਨ, ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਗਿਆਨ ਹੈ ਉਹ ਫਿਰ ਜਾਗਣਗੇ। ਕਲਮਲ ਸੁਪਨਾ ਜਿਉ ਮਨ ਤੇ ਤਿਆਗੇ। ਜਿਹੜਾ ਕਲਯੁਗ ਰੂਪੀ ਇਹ ਸੁਪਨਾ ਹੈ, ਜੋ ਪਾਪ ਰੂਪੀ ਜੋ ਸੁਪਨਾ ਚੱਲ ਰਿਹਾ ਹੈ, ਧਰਮ ਤੁਰਤ ਤੀਰਜ ਕੇ ਹੇਤਾ। ਸੋ ਜਿਹੜਾ ਇਹ ਪਾਪ ਰੂਪੀ ਜਿਹੜਾ ਸੁਪਨਾ ਹੈ, ਕਲਯੁਗ ਰੂਪੀ ਸੁਪਨਾ ਹੈ, ਉਹ ਸਾਰੇ ਤਿਆਗ ਦਿੰਦੇ ਹਨ। ਸੋ ਧਰਮ ਤਰਤ ਤੀਰਜ ਕੇ ਹੇਤਾ। ਸੋ ਫਿਰ ਧਰਤੀ ਨੇ ਇਸ ਪ੍ਰਕਾਰ ਆਸਰਾ ਦਿੱਤਾ ਅਕਾਲ ਪੁਰਖ ਵਾਹਿਗੁਰੂ ਨੇ। ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ। ਤੇ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਜੋ ਬੇਦੀਆਂ ਦੇ ਕੁਲ ਦੇ ਨਿਸ਼ਾਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਫਿਰ ਪ੍ਰਗਟ ਹੁੰਦੇ ਹਨ। ਤਾਂ ਇੱਥੇ ਹੁਣ ਜੋ ਕਥਾ ਦੇ ਪ੍ਰਸੰਗ ਹੈ ਇੱਥੇ ਸਮਾਪਤ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਜੋ ਤੀਸਰਾ ਪ੍ਰਸੰਗ ਉਹ ਅੱਜ ਸਰਵਨ ਕੀਤਾ ਹੈ। ਤੇ ਅਗਲੇ ਹਫਤੇ ਹੁਣ ਜੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪ੍ਰਕਾਸ਼ ਦੀ ਕਥਾ ਹੈ ਉਹ ਆਰੰਭ ਹੋਗੀ। ਸੋ ਸਤਿਗੁਰ ਕਿਰਪਾ ਕਰਨ, ਇਸੇ ਹੀ ਤਰ੍ਹਾਂ ਜੋ ਕਥਾ ਆਪ ਕਿਰਪਾ ਕਰਕੇ ਕਰਵਾ ਲੈਣ। ਕਥਾ ਕਰਦੇ ਆ ਸੁਣਦੇ ਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਦੀ ਆਪ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਫ ਕਰ ਦਿਓ, ਜਾਨ ਬੱਚਾ ਸਮਝ ਕਰਕੇ ਮਾਫ ਕਰ ਦਿਓ। ਕਿਰਪਾ ਕਰਕੇ ਜੋ ਅਸੀਸ ਬਖਸ਼ ਕਰਕੇ ਸੋ ਇਸ ਪ੍ਰਕਾਰ ਸੇਵਾ ਜੋ ਕਥਾ ਦੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁੰਦਰ ਇਤਿਹਾਸ ਹੈ, ਮਹਾਰਾਜ ਆਪ ਕਿਰਪਾ ਕਰਕੇ ਸਹੀ ਢੰਗ ਨਾਲ ਜਸ ਕਰਵਾ ਲੈਣ। ਸੋ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਉਸਤਤ ਕਰਕੇ ਸਮਾਪਤ ਕਰ ਲਈਏ। ਇਹ ਲੇਖਾ ਕਤਹਿ ਨ ਛੂਟੀ ਹੈ, ਕਿਨ ਕਿਨ ਪੂਲਨਹਾਰ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਧਰਮ ਤਰਤ ਤੀਰਜ ਕੇ ਹੇਤਾ। ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ